ਅਕਸਰ ਆਪਣੀ ਕਮਜ਼ੋਰੀ ਨੂੰ ਤਾਕਤ ਬਣਾ ਲੈਂਦੇ ਨੇ ਜੋ ਲੋਕ ਅਕਸਰ ਆਪਣੀ ਕਮਜ਼ੋਰੀ ਨੂੰ ਤਾਕਤ ਬਣਾ ਲੈਂਦੇ ਨੇ ਜੋ ਲੋਕ ਉਹੀ ਅੰਬਰਾਂ ਨੂੰ ਹੱਥ ਲਾ ਲੈਂਦੇ ਨੇ ਉਹ ਲੋਕ। ਬਹੁਤ ਅੱਛੀ ਗੱਲ ਕਹੀ ਹੈ ਤੁਸੀਂ। ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਪਸੰਦੀਦਾ ਪ੍ਰੋਗਰਾਮ ਗੱਲਾਂ ਤੇ ਗੀਤ ਦੇ ਵਿੱਚ। ਮੈਂ ਹਾਂ ਅਨਮੋਲ। ਮੈਂ ਹਾਂ ਪਰਮਵੀਰ। ਅਨਮੋਲ, ਬੜੀ ਖੂਬਸੂਰਤ ਲਾਈਨਾਂ ਦੇ ਨਾਲ ਤੁਸੀਂ ਸ਼ੁਰੂਆਤ ਕੀਤੀ ਹੈ ਪ੍ਰੋਗਰਾਮ ਦੀ। ਸਾਡੇ ਦਰਸ਼ਕ ਸਮਝ ਗਏ ਹੋਣਗੇ ਕਿ ਅੱਜ ਸਾਡੇ ਵਿੱਚ ਕੌਣ ਮੌਜੂਦ ਹੈ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਚਾਹੁੰਦੀ ਹਾਂ ਜੀ। ਆਹ ਟੇਬਲ ਤੇ ਗਲਾਸ ਪਿਆ ਇੱਕ, ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਮੈਂ ਸੋਚਦਾ ਕਿ ਇਹ ਗਲਾਸ ਅੱਧਾ ਭਰਿਆ ਤਾਂ ਜਿਹੜਾ ਇਹਦੇ 'ਚ ਪਾਣੀ ਹੈਗਾ ਉਹਦੇ ਨਾਲ ਮੇਰੀ ਪਿਆਸ ਜਿਹੜੀ ਹੈ ਉਹ ਜ਼ਰੂਰ ਮਿਟ ਸਕਦੀ ਹੈ। ਮੈਂ ਵੈਸੇ ਸੋਚਿਆ ਨਹੀਂ ਸੀ ਤੁਸੀਂ ਇਹ ਜਵਾਬ ਦਿਓਗੇ, ਕਿਉਂਕਿ ਅਕਸਰ ਅਸੀਂ ਜਿਹੜਾ ਆ ਇਹ ਦੇਖਾਂਗੇ, ਮੈਂ ਜੇ ਦੇਖਦੀ ਮੈਂ ਕਹਿਣਾ ਸੀ ਅੱਧਾ ਖਾਲੀ ਹੈ ਜੇ ਮੈਂ ਸੋਚਦੀ ਹੈ ਨਾ। ਇਹ ਗੱਲ ਆ ਜਾਂਦੀ ਹੈ ਸੋਚ ਤੇ। ਬਿਲਕੁਲ। ਤੇ ਮੇਰੇ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਇਹ ਸੋਚ ਰੱਖਦੇ ਹੋਣਗੇ ਕਿ ਆਪਾਂ ਇਹੀ ਗੱਲ ਜੇ ਇਨਸਾਨਾਂ ਤੇ ਲਈ ਜਾਵੇ, ਆਪਾਂ ਇਨਸਾਨਾਂ ਦੇ ਵਿੱਚ ਖਾਮੀਆਂ ਲੱਭਦੇ ਹਾਂ। ਉਹਨਾਂ ਨੂੰ ਕਹਿੰਦੇ ਆ ਕਿ ਇਹਦਾ ਕੱਦ ਬੜਾ ਛੋਟਾ ਹੈ, ਇਹ ਤਾਂ ਕਾਲਾ ਜਿਹਾ ਆ, ਬਿਲਕੁਲ ਇਹ ਤੇ ਬੜਾ ਮੋਟਾ ਹੈ। ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਉਹਦੇ ਵਿੱਚ ਹੁਨਰ ਕਿੰਨਾ ਹੈ, ਉਹਦੇ ਵਿੱਚ ਕਿੰਨੀ ਕਾਬਲੀਅਤ ਆ। ਬਿਲਕੁਲ। ਅਕਸਰ ਅਸੀਂ ਉੱਪਰਲੀ ਤਹਿ ਤੋਂ ਦੇਖ ਕੇ ਅੰਦਰਲੇ ਅੰਦਾਜ਼ੇ ਜਿਹੜੇ ਆ ਉਹ ਲਗਾਉਣੇ ਸ਼ੁਰੂ ਕਰ ਦਿੰਦੇ ਆ। ਮਾਇਨੇ ਇਹ ਨਹੀਂ ਰਖਾਉਂਦਾ ਕਿ ਸਾਡੇ ਕੋਲ ਕੀ ਹੈ, ਮਾਇਨੇ ਇਹ ਰਖਾਉਂਦਾ ਕਿ ਜੋ ਵੀ ਸਾਡੇ ਕੋਲ ਹੈ ਅਸੀਂ ਉਹਦੇ ਨਾਲ ਕੀ ਕਰਦੇ ਹਾਂ, ਔਰ ਜੋ ਅਸੀਂ ਕਰਦੇ ਹਾਂ ਉਹਦੇ ਨਾਲ ਇਤਿਹਾਸ ਬਣ ਸਕਦਾ ਹੈ। ਜੀ, ਔਰ ਤੁਸੀਂ ਕਮਜ਼ੋਰੀ ਨੂੰ ਤਾਕਤ ਬਣਾਉਣ ਦੀ ਗੱਲ ਕੀਤੀ ਹੈ, ਔਰ ਕਮਜ਼ੋਰੀ ਨੂੰ ਤਾਕਤ ਬਣਾ ਕੇ ਸਾਡੇ ਵਿੱਚ ਅੱਜ ਜਿਹੜੀ ਸ਼ਖਸੀਅਤ ਮੌਜੂਦ ਹੈ ਉਹਨਾਂ ਨਾਲ ਤੁਹਾਨੂੰ ਅਸੀਂ ਰੂਬਰੂ ਕਰਵਾਉਣ ਜਾ ਰਹੇ ਹਾਂ। ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਤਾਨੇ ਮਿਹਣੇ ਸੁਣੇ ਹੋਣਗੇ ਤੇ ਉਹ ਸਾਰਾ ਕੁਝ ਅਸੀਂ ਉਹਨਾਂ ਤੋਂ ਸੁਣਨਾ ਹੈ, ਪਰ ਫਿਰ ਵੀ ਉਹ ਡਟੇ ਰਹੇ ਆਪਣੇ ਇੱਕ ਸੁਪਨੇ ਦੇ ਨਾਲ, ਔਰ ਅੱਜ ਉਹ ਸਾਰੀ ਦੁਨੀਆ ਦੇ ਲਈ ਇੱਕ ਐਗਜ਼ਾਮਪਲ ਬਣੇ ਆ। ਅਸੀਂ ਤੇ ਅੱਜ ਦੇ ਪ੍ਰੋਗਰਾਮ ਵਾਸਤੇ ਬਹੁਤ ਐਕਸਾਈਟਿਡ ਹਾਂ, ਔਰ ਮੈਨੂੰ ਲੱਗਦਾ ਹੈ ਕਿ ਦਰਸ਼ਕ ਹੁਣ ਸੋਚਦੇ ਹੋਣਗੇ ਵੀ ਅੱਜ ਇਹੋ ਜਿਹਾ ਕੌਣ ਆਇਆ ਹੈ ਸਾਡੇ ਪ੍ਰੋਗਰਾਮ ਦੇ ਵਿੱਚ, ਤੇ ਆਪਾਂ ਰੂਬਰੂ ਕਰਾ ਦਈਏ ਫਿਰ। ਬਿਲਕੁਲ ਕਰਾਉਣਾ ਪਏਗਾ ਜੀ। ਸਾਡੇ ਵਿੱਚ ਮੌਜੂਦ ਨੇ ਐਡਵੋਕੇਟ ਹਰਵਿੰਦਰ ਕੌਰ ਜੀ। ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਕਿਉਂਕਿ ਅੱਜ ਜਿਹੜਾ ਸਾਡਾ ਵਿਸ਼ਾ ਆ ਉਹ ਸੰਪੂਰਨ ਰੂਪ ਦੇ ਵਿੱਚ ਤੁਸੀਂ ਹੋ, ਤਾਂ ਸ਼ੁਰੂਆਤ ਵੀ ਤੁਹਾਡੇ ਤੋਂ ਹੀ ਕਰਾਂਗੇ, ਤੁਹਾਡੇ ਬਚਪਨ ਤੋਂ ਕਰਾਂਗੇ, ਤੁਹਾਡੇ ਸਫ਼ਰ ਤੋਂ ਕਰਾਂਗੇ। ਕਿਹੋ ਜਿਹਾ ਰਿਹਾ ਤੁਹਾਡਾ ਬਚਪਨ, ਕਿਹੋ ਜਿਹਾ ਸੀਗਾ ਤੁਹਾਡਾ ਸੁਪਨਾ, ਕਿਹੋ ਜਿਹਾ ਰਿਹਾ ਤੁਹਾਡਾ ਹੁਣ ਤੱਕ ਦਾ ਸਫ਼ਰ? ਜੀ ਸਰ ਬਚਪਨ ਦੇ ਵਿੱਚ ਸ਼ੁਰੂਆਤ ਮੇਰੀ ਵੀ ਇੱਕ ਨਾਰਮਲ ਬੱਚਿਆਂ ਵਾਂਗ ਹੀ ਹੋਈ ਆ, ਜਿੱਦਾਂ ਹਰ ਇੱਕ ਬੱਚਿਆਂ ਦੇ ਸੁਪਨੇ ਹੁੰਦੇ ਆ, ਨਾਰਮਲ ਲਾਈਫ। ਤੇ ਮੈਂ ਬਹੁਤ ਇੱਕ ਹੋਣਹਾਰ ਬੱਚਾ ਸੀਗਾ ਆਪਣੇ ਪੇਰੈਂਟਸ ਦਾ, ਬਟ ਜਿੱਦਾਂ ਮੇਰੀ ਲਾਈਫ ਅੱਗੇ ਜਾਂਦੀ ਰਹੀ ਮੈਂ ਆਪਣੀ ਲਾਈਫ ਦੇ ਵਿੱਚ ਚੇਂਜਸ ਦੇਖਣੇ ਸਟਾਰਟ ਕੀਤੇ। ਉਹ ਚੇਂਜਸ ਕੁਛ ਕੁ ਮੇਰੀ ਫਿਜ਼ੀਕਲ ਅਪੀਅਰੈਂਸ ਦੇ ਵਿੱਚ ਸੀਗੇ, ਮੇਰੀ ਮੈਂਟਲ ਸੋਚ ਦੇ ਵਿੱਚ ਵੀ ਸੀਗੇ, ਤੇ ਮੈਂ ਆਪਣੇ ਆਪ ਨੂੰ ਕਿਤੇ ਨਾ ਕਿਤੇ ਭੀੜ ਤੋਂ ਅਲੱਗ ਨਜ਼ਰ ਆਉਣ ਲੱਗ ਗਈ ਸੀ ਤੇ ਮੈਂ ਆਪਣੇ ਆਪ ਨੂੰ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ ਸੀ। ਤੇ ਇਹਦਾ ਮੇਨ ਕਾਰਨ ਸੀਗਾ ਮੇਰਾ ਕੱਦ ਉੱਥੇ ਹੀ ਕਿਤੇ ਰੁਕਣ ਲੱਗ ਗਿਆ ਸੀਗਾ, ਜਿਸ ਨੇ ਮੇਰੀ ਜ਼ਿੰਦਗੀ ਨੂੰ ਬਹੁਤ ਬਦਲ ਦਿੱਤਾ। ਮੇਰੀ ਲਾਈਫ 'ਚ ਇੱਕ ਡਰ ਹੁੰਦਾ ਸੀਗਾ, ਮੈਂ ਲੋਕਾਂ ਸਾਹਮਣੇ ਨਹੀਂ ਜਾਂਦੀ ਹੁੰਦੀ ਸੀ, ਮੈਂ ਡਰਨ ਲੱਗ ਗਈ ਸੀ ਦੁਨੀਆ ਤੋਂ। ਬੱਚੇ ਹੱਸਣ ਲੱਗ ਗਏ ਸੀ ਮੈਨੂੰ ਦੇਖ ਕੇ, ਤੇ ਮੈਂ ਆਪਣੇ ਆਪ ਨੂੰ ਕੋਸਣਾ ਸ਼ੁਰੂ ਕਰ ਦਿੱਤਾ ਸੀ ਕਿ ਰੱਬ ਨੇ ਮੈਨੂੰ ਇੱਦਾਂ ਬਣਾ ਕੇ ਕਿਉਂ ਭੇਜਿਆ। ਤੇ ਮੈਂ ਹਮੇਸ਼ਾ ਘਰੇ ਆ ਕੇ ਰੋਣਾ ਜਾਂ ਮੰਮਾ ਨਾਲ ਗੱਲ ਕਰਨੀ ਤੇ ਉਹਨਾਂ ਨੂੰ ਇਹ ਕਹਿਣਾ ਕਿ ਰੱਬ ਨੇ ਹੀ ਮੈਨੂੰ ਇੱਦਾਂ ਕਿਉਂ ਬਣਾਇਆ, ਮੇਰੀ ਕੀ ਗਲਤੀ ਸੀ। ਤੇ ਮੰਮੀ ਨੇ ਹਮੇਸ਼ਾ ਮੈਨੂੰ ਸ਼ੁਰੂ ਤੋਂ ਇਹੀ ਗੱਲ ਸਮਝਾਈ ਆ ਕਿ ਰੱਬ ਦੇ ਹਮੇਸ਼ਾ ਉਹ ਹੁੰਦੇ ਆ, ਰੱਬ ਦੇ ਹਮੇਸ਼ਾ ਕੋਈ ਨਾ ਕੋਈ ਰੀਜ਼ਨਸ ਹੁੰਦੇ ਨੇ, ਤੇ ਤੂੰ ਸਟਰੋਂਗ ਗਰਲ ਆ, ਤੇ ਤੈਨੂੰ ਅਗਰ ਰੱਬ ਨੇ ਏਦਾਂ ਬਣਾਇਆ ਹੈ ਤੇ ਜ਼ਰੂਰ ਕੁਝ ਸੋਚ ਕੇ ਜਾਂ ਸਪੈਸ਼ਲ ਹੋ, ਹੈ ਨਾ, ਕਿ ਮੈਂ ਸਪੈਸ਼ਲ ਆ। ਤੇ ਉਹ ਗੱਲਾਂ ਉਦੋਂ ਪਰ ਮੈਨੂੰ ਸਮਝ ਨਹੀਂ ਆਉਂਦੀਆਂ ਸੀ, ਮੈਂ ਹਮੇਸ਼ਾ ਆਪਣੇ ਆਪ ਨੂੰ ਨੈਗੇਟਿਵ ਹੀ ਲੈਂਦੀ ਹੁੰਦੀ ਸੀ। ਮੈਂ ਘਰ ਆ ਕੇ ਰੋਣਾ ਲੁਕ ਕੇ, ਪੇਰੈਂਟਸ ਨੂੰ ਕਦੇ ਨਹੀਂ ਦੱਸਣਾ ਕਿ ਮੇਰੇ ਤੇ ਕੀ ਬੀਤ ਰਹੀ ਆ ਜਾਂ ਕੁਛ। ਤੇ ਫਿਰ ਕਾਫੀ ਨੈਗੇਟਿਵ ਚੀਜ਼ਾਂ ਮੇਰੇ ਮਨ 'ਚ ਹੁੰਦੀਆਂ ਸੀ, ਮੈਂ ਹਾਰ ਹੀ ਮੰਨ ਲਈ ਸੀ ਆਪਣੀ ਲਾਈਫ ਨੂੰ ਲੈ ਕੇ। ਬਟ ਹੁਣ ਮੈਂ ਆਪਣੀ ਲਾਈਫ ਨੂੰ ਬਿਲਕੁਲ ਹੀ ਪੋਜ਼ਿਟਿਵ ਵੇ ਨਾਲ ਜੀ ਰਹੀ ਹਾਂ ਤੇ ਅੱਜ ਮੈਂ ਇਸ ਮੁਕਾਮ ਤੇ ਬੈਠੀ ਹਾਂ। ਬਿਲਕੁਲ, ਔਰ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਬਿਲਕੁਲ ਅਲੱਗ ਨਜ਼ਰ ਆਉਂਦੇ ਸੀ ਭੀੜ ਦੇ ਵਿੱਚ, ਤੁਸੀਂ ਅਲੱਗ ਸੀ ਤਾਂ ਹੀ ਤੁਸੀਂ ਇੱਥੇ ਬੈਠੇ ਹੋ, ਔਰ ਜਿਹੜੀ ਉਹ ਭੀੜ ਸੀ ਅੱਜ ਉਹ ਤੁਹਾਨੂੰ ਦੇਖ ਰਹੀ ਹੈ ਕੈਮਰੇ ਦੇ ਵਿੱਚ। ਬਿਲਕੁਲ। ਔਰ ਗੱਲ ਕੀਤੀ ਹੈ ਤੁਸੀਂ ਪਰਿਵਾਰ ਦੀ, ਪਰਿਵਾਰ ਦੇ ਵਿੱਚ ਅਸੀਂ ਜਾਣਨਾ ਚਾਹਾਂਗੇ ਕੌਣ ਕੌਣ ਹੈ ਤੁਹਾਡੇ ਪਰਿਵਾਰ? ਮੰਮਾ ਪਾਪਾ ਤੇ ਇੱਕ ਵੱਡਾ ਵੀਰਾ। ਠੀਕ ਹੈ, ਤੇ ਉਹਨਾਂ ਦੀ ਸਪੋਰਟ ਕਿੰਨੀ ਕੁ ਰਹੀ ਹੈ? ਔਰ ਜਦੋਂ ਇਹ ਤੁਹਾਡੇ ਨਾਲ ਹਾਦਸਾ, ਜੋ ਵੀ ਤੁਸੀਂ ਤੁਹਾਡੀ ਚੁਣੌਤੀਆਂ ਤੁਹਾਨੂੰ ਲਾਈਫ ਦੇ ਵਿੱਚ ਦੇਖਣ ਨੂੰ ਮਿਲੀਆਂ, ਤੇ ਉਹਨਾਂ ਦਾ ਰਵੱਈਆ ਤੁਹਾਡੇ ਲਈ ਬਦਲਿਆ ਜਾਂ ਉਹੋ ਜਿਹਾ ਸੀ ਜਿਹੋ ਜਿਹਾ ਬਚਪਨ 'ਚ ਸੀ?
ਮੰਮਾ ਪਾਪਾ ਦੀ ਤੇ ਬ੍ਰਦਰ ਦੀ ਸ਼ੁਰੂ ਤੋਂ ਹੀ ਮੈਨੂੰ ਬਹੁਤ ਸਪੋਰਟ ਰਹੀ ਆ, ਬਹੁਤ ਜ਼ਿਆਦਾ ਲਾਡਲੀ ਆ ਮੈਂ, ਜਿਹਦੇ ਕਰਕੇ ਕਈ ਵਾਰ ਮੇਰੇ ਬ੍ਰਦਰ ਨੂੰ ਗਾਲਾਂ ਵੀ ਪੈਂਦੀਆਂ ਰਹੀਆਂ ਆ ਕਿ ਕੁੜੀ ਨੂੰ ਕੁਝ ਨਹੀਂ ਕਹਿਣਾ। ਮਤਲਬ ਉਹਨਾਂ ਨੇ ਮੈਨੂੰ ਸ਼ੁਰੂ ਤੋਂ ਬਹੁਤ ਸਪੋਰਟ ਕੀਤੀ ਆ, ਤੇ ਇਹ ਗੱਲਾਂ ਪਤਾ ਲੱਗਣ ਤੋਂ ਬਾਅਦ ਉਹਨਾਂ ਦਾ ਪਿਆਰ ਹੋਰ ਜ਼ਿਆਦਾ ਵੱਧ ਗਿਆ ਸੀ। ਬਹੁਤ ਪ੍ਰੋਟੈਕਟਿਵ ਨੇ ਉਹ ਮੈਨੂੰ ਲੈ ਕੇ, ਤੇ ਪੇਰੈਂਟਸ ਵੱਲੋਂ ਮੈਨੂੰ ਅੱਜ ਤੱਕ ਕਦੀ ਕੋਈ ਪ੍ਰੋਬਲਮ ਨਹੀਂ ਆਈ। ਉਹ ਮੈਨੂੰ ਬਹੁਤ ਜ਼ਿਆਦਾ ਸਪੋਰਟ ਕਰਦੇ ਮੇਰੇ ਲਾਈਫ ਡਿਸੀਜਨਸ ਦੇ ਵਿੱਚ ਵੀ, ਤੇ ਜੇ ਮੈਂ ਕੁਝ ਮੰਗਦੀ ਆ ਜਾਂ ਕੁਝ ਉਸੇ ਟਾਈਮ ਉਹ ਹਾਜ਼ਰ ਹੁੰਦਾ ਆ। ਕੀ ਬਾਤ। ਤੁਸੀਂ ਇੱਕ ਗੱਲ ਦੱਸੀ ਕਿ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਇਸ ਚੁਣੌਤੀ ਨੂੰ ਦਾ ਸਾਹਮਣਾ ਕਰ ਰਹੇ ਹੋ, ਉਦੋਂ ਤੁਸੀਂ ਬਹੁਤ ਨਿਰਾਸ਼ ਹੋਏ, ਸ਼ਾਇਦ ਰੱਬ ਨੂੰ ਕੋਸਣ ਲੱਗ ਗਏ। ਫਿਰ ਅੱਜ ਦਾ ਜਿਹੜਾ ਸਮਾਂ ਆ, ਤੁਹਾਨੂੰ ਆਪਣੇ ਆਪ ਤੇ ਬਹੁਤ ਮਾਣ ਮਹਿਸੂਸ ਹੁੰਦਾ ਹੈ। ਇਹ ਜਿਹੜੀ ਆਪਣੀ ਕਮਜ਼ੋਰੀ ਨੂੰ ਤਾਕਤ ਬਣਾਇਆ, ਉਹ ਕਿਵੇਂ ਬਣਾਇਆ? ਕਿਹੜੀਆਂ ਐਸੀਆਂ ਗੱਲਾਂ ਸੀ, ਕਿਹੜੀਆਂ ਐਸੀਆਂ ਪ੍ਰਭਾਵਿਤ ਸ਼ਖਸੀਅਤਾਂ ਸੀ ਜਿਨ੍ਹਾਂ ਨੂੰ ਤੁਸੀਂ ਅਪਣਾਇਆ? ਮੈਂ ਇੰਸਪੀਰੇਸ਼ਨ ਆਪਣੇ ਖੁਦ ਨੂੰ ਮੰਨਦੀ ਹਾਂ। ਮੈਂ ਕਦੀ ਕਿਸੇ ਹੋਰ ਨੂੰ ਦੇਖ ਕੇ ਇੰਸਪਾਇਰ ਨਹੀਂ ਹੁੰਦੀ, ਬਿਕਾਜ਼ ਮੈਂ ਹੁਣ ਜੇ ਇੱਥੇ ਤੱਕ ਆ ਨਾ, ਮੈਂ ਖੁਦ ਦੇਖਦੀ ਹਾਂ ਕਿ ਮੈਂ ਇੱਕ ਟਾਈਮ ਤੇ ਇੰਨੀ ਵੀਕ ਸੀਗੀ, ਤੇ ਉਹ ਚੀਜ਼ਾਂ ਮੈਂ ਕਿੱਦਾਂ ਹੁਣ ਹੱਸ ਕੇ ਫੇਸ ਕਰ ਲਈਆਂ। ਉਹ ਚੀਜ਼ਾਂ ਨੂੰ ਦੇਖ ਕੇ, ਆਪਣੇ ਆਪ ਨੂੰ ਦੇਖ ਕੇ, ਆਪਣਾ ਸਫ਼ਰ ਦੇਖ ਕੇ ਮੈਂ ਆਪਣੇ ਆਪ ਤੋਂ ਇੰਸਪਾਇਰ ਹੁੰਦੀ ਹਾਂ। ਤੇ ਇਹ ਗੱਲ ਇਹ ਆ ਕਿ ਮੈਂ ਇੱਥੇ ਤੱਕ ਕਿੱਦਾਂ, ਦੋ ਆਪਸ਼ਨਸ ਹੁੰਦੇ ਨੇ ਆਪਣੇ ਕੋਲ ਹਮੇਸ਼ਾ, ਜਾਂ ਤਾਂ ਤੁਸੀਂ ਆਪਣੀ ਕਮੀ ਤੋਂ ਡਰ ਕੇ ਹਾਰ ਮੰਨ ਲਓ, ਤੇ ਜਾਂ ਫਿਰ ਤੁਸੀਂ ਆਪਣੀ ਕਮੀਆਂ ਨੂੰ ਅਪਣਾ ਕੇ ਅੱਗੇ ਵਧੋ। ਤੇ ਮੈਂ ਡਰ ਤੋਂ ਹਾਰਨ ਵਾਲੀ ਨਹੀਂ ਸੀ, ਨਾ ਹੀ ਮੈਂ ਗਿਵ ਅਪ ਕਰਨਾ ਸੀ। ਮੈਂ ਆਪਣੀ ਲਾਈਫ ਨੂੰ ਪ੍ਰੂਫ ਕਰਨਾ ਸੀ। ਮੈਂ ਚਾਹੁੰਦੀ ਸੀ ਕਿ ਮੈਂ ਆਪਣੇ ਪੇਰੈਂਟਸ ਨੂੰ ਮਾਣ ਮਹਿਸੂਸ ਕਰਾਵਾਂ ਤੇ ਖੁਦ ਆਪਣੇ ਆਪ ਨੂੰ ਪ੍ਰੂਫ ਕਰਾਂ। ਤੇ ਇਸ ਲਈ ਫਿਰ ਮੈਂ ਸੋਚਿਆ ਕਿ ਮੈਂ ਕੁਝ ਲਾਈਫ 'ਚ ਇੱਦਾਂ ਦਾ ਕਰਾਂ ਕਿ ਜੇ ਮੈਂ ਭੀੜ ਤੋਂ ਅਲੱਗ ਹਾਂ, ਇਸ ਚੀਜ਼ ਦਾ ਮੈਂ ਫਾਇਦਾ ਚੱਕ ਕੇ ਆਪਣੇ ਪੇਰੈਂਟਸ ਨੂੰ ਪ੍ਰਾਊਡ ਫੀਲ ਕਰਾਵਾਂ। ਤੇ ਫਿਰ ਮੈਂ ਲਾਅ ਫੀਲਡ ਚੂਜ਼ ਕੀਤੀ। ਬਹੁਤ ਅੱਛੀ ਗੱਲ ਕਹੀ ਹੈ ਤੁਸੀਂ। ਔਰ ਰਿਸ਼ਤੇਦਾਰ ਜਿਹੜੇ ਆ, ਉਹ ਤੇ ਕਹਿ ਲਓ ਕਿ ਗੱਲਾਂ ਤੇ ਕਹਿੰਦੇ ਸਮਾਜ ਨੂੰ ਜਿਹੜੇ ਆ ਨਾ, ਉਹ ਦੋ ਪਾਸੇ ਆ ਰਹੇ ਹੁੰਦੇ ਆ। ਤੇ ਇਹ ਗੱਲ ਮੈਂ ਤੁਹਾਡੇ ਤੇ ਵੀ ਝੁਕਦੀ ਹੋਊਗੀ, ਤੁਹਾਨੂੰ ਰਿਸ਼ਤੇਦਾਰਾਂ ਤੋਂ ਤਾਨੇ ਮਿਹਣੇ ਸੁਣਨ ਨੂੰ ਮਿਲਦੇ ਹੋਣਗੇ, ਜਾਂ ਤੁਹਾਨੂੰ ਆਂਢ ਗੁਆਂਢ ਜਦੋਂ ਤੁਸੀਂ ਕਿਤੇ ਰਾਹ ਦੇ ਵਿੱਚ ਤੁਰੇ ਜਾਂਦੇ ਹੋਗੇ, ਤੁਹਾਨੂੰ ਕਿਹੋ ਜਿਹੀ ਨਜ਼ਰ ਦੇ ਨਾਲ ਲੋਕ ਦੇਖਦੇ ਸੀ? ਕੀ ਮਤਲਬ ਕਦੇ ਟੌਂਟਿੰਗ ਦਾ ਵੀ ਸਾਹਮਣਾ ਕਰਨਾ ਪਿਆ? ਬਹੁਤ ਜ਼ਿਆਦਾ। ਸਕੂਲ ਲਾਈਫ ਦੇ ਵਿੱਚ ਤਾਂ ਬਹੁਤ ਜ਼ਿਆਦਾ। ਸਕੂਲ ਲਾਈਫ 'ਚ ਇਹ ਕਹਿ ਲਓ ਕਿ ਬੱਚਿਆਂ ਨੂੰ ਵੀ ਉਦੋਂ ਇੰਨੀ ਮੱਤ ਨਹੀਂ ਹੁੰਦੀ, ਜਾਂ ਮੈਂ ਵੀ ਉਦੋਂ ਨਿਆਣ ਮੱਤ ਦੇ ਵਿੱਚ ਹੁੰਦੀ ਸੀ, ਤੇ ਉਹ ਗੱਲਾਂ ਮੇਰੇ ਦਿਲ ਤੇ ਜ਼ਿਆਦਾ ਲੱਗ ਜਾਂਦੀਆਂ ਹੁੰਦੀਆਂ ਸੀ। ਮੇਰੇ ਤੋਂ ਛੋਟੀ ਕਲਾਸ ਦੇ ਬੱਚੇ ਹੁੰਦੇ ਸੀ ਜਿਹੜੇ, ਉਹਨਾਂ ਨੇ ਬਹੁਤ ਹੱਸਣਾ ਮੇਰੇ ਤੇ। ਉਹਨਾਂ ਨੇ ਆ ਕੇ ਆਪਣੀ ਤੇ ਮੇਰੀ ਹਾਈਟ ਨੂੰ ਮੇਜਰ ਕਰਨਾ ਕਿ ਤੇਰੀ ਕਲਾਸ ਇੰਨੀ ਆ ਬਟ ਤੂੰ ਸਾਡੇ ਤੋਂ ਇੰਨੀ ਛੋਟੀ ਆ। ਤੇ ਉਹ ਗੱਲਾਂ ਮੇਰੇ ਦਿਲ ਤੇ ਬਹੁਤ ਲੱਗਦੀਆਂ ਹੁੰਦੀਆਂ ਸੀ ਉਸ ਟਾਈਮ। ਤੇ ਫਰੈਂਡਸ ਨੇ ਮੇਰੇ ਵੱਲੋਂ ਉਹਨਾਂ ਨੂੰ ਜਵਾਬ ਦੇਣ ਦੀ ਕੋਸ਼ਿਸ਼ ਕਰਨੀ, ਤੇ ਮੈਂ ਉਹਨਾਂ ਨੂੰ ਰੋਕ ਦੇਣਾ ਕਿ ਆਪਾਂ ਨਹੀਂ ਬੋਲਣਾ। ਤੇ ਉਹਨਾਂ ਨੇ ਕਹਿਣਾ ਕਿ ਤੂੰ ਇੰਨੀ ਕਿਉਂ ਮਤਲਬ ਇਗਨੋਰ ਕਰਦੀ ਹੈ ਗੱਲਾਂ ਨੂੰ। ਮੈਂ ਉਹਨਾਂ ਨੂੰ ਇਹ ਕਹਿੰਦੀ ਹੁੰਦੀ ਹਾਂ ਕਿ ਉਹ ਬੱਚੇ ਆ, ਆਪਾਂ ਬੱਚਿਆਂ ਨੂੰ ਕੁਝ ਨਹੀਂ ਕਹਿ ਸਕਦੇ, ਬਟ ਆਪਣੇ 'ਚ ਇੰਨੀ ਹਿੰਮਤ ਹੈ ਕਿ ਅਸੀਂ ਖੁਦ ਨੂੰ ਤਾਂ ਚੇਂਜ ਕਰ ਸਕਦੇ ਹਾਂ ਨਾ। ਅਸੀਂ ਕਿਉਂ ਹਰ ਕਿਸੇ ਨੂੰ ਜਵਾਬ ਦੇਣਾ? ਤੇ ਉਹ ਗੱਲਾਂ ਮੈਂ ਉਦੋਂ ਤਾਂ ਮੈਂ ਪੋਜ਼ਿਟਿਵ ਲੈ ਲੈਣੀਆਂ, ਬਟ ਘਰੇ ਆ ਕੇ ਮੈਂ ਲੁਕ ਕੇ ਰੋਣਾ। ਉਹ ਚੀਜ਼ਾਂ ਨੇ ਮੈਨੂੰ ਬਹੁਤ ਜ਼ਿਆਦਾ ਦਬਾਉਣਾ, ਤੇ ਉਹ ਡਰ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰਨਾ, ਨਾ ਫੈਮਿਲੀ ਨਾਲ ਨਾ ਕੁਝ। ਤੇ ਰਿਸ਼ਤੇਦਾਰਾਂ ਵੱਲੋਂ ਮੇਰਾ 50-50 ਰਿਸਪੌਂਸ ਰਿਹਾ ਆ। ਮੈਂ ਰਿਸ਼ਤੇਦਾਰਾਂ 'ਚ ਵੀ ਕਾਫੀ ਫੈਮਲੀਜ਼ ਇੱਦਾਂ ਦੀਆਂ ਜਿਹੜੇ ਬਹੁਤ ਕਲੋਜ਼ ਨੇ ਮੇਰੇ, ਬਹੁਤ ਪ੍ਰੋਟੈਕਟਿਵ ਨੇ ਮੈਨੂੰ ਲੈ ਕੇ, ਬਟ ਕਾਫੀ ਇੱਦਾਂ ਦੇ ਟੌਂਟ ਵਗੈਰਾ ਮੈਂ ਉਹਨਾਂ ਵੱਲੋਂ ਵੀ, ਮਤਲਬ ਹੋਰ ਰਿਸ਼ਤੇਦਾਰਾਂ ਵੱਲੋਂ ਵੀ ਸੁਣਿਆ। ਕਿਸੇ ਨੇ ਮਤਲਬ ਪਾਪਾ ਨੂੰ ਕਹਿ ਦੇਣਾ ਕਿ ਕੁੜੀਆਂ ਤਾਂ ਲੰਬੀਆਂ ਹੀ ਬਹੁਤ ਹੁੰਦੀਆਂ, ਤੁਹਾਡੀ ਕੁੜੀ ਨੂੰ ਕੀ ਹੋ ਗਿਆ? ਜਾਂ ਫਿਰ ਮੈਨੂੰ ਇਹ ਵੀ ਗੱਲ ਇੱਕ ਵਾਰ ਸੁਣਨ ਨੂੰ ਮਿਲੀ ਸੀ ਕਿ ਸਾਡੀ ਸਾਰੀ ਫੈਮਿਲੀ ਤਾਂ ਨਾਰਮਲ ਹੈ, ਇਹਨੇ ਕਿਹਦਾ ਝੂਠਾ ਖਾ ਲਿਆ। ਐਂਡ ਉਹ ਗੱਲਾਂ ਹੁੰਦੀਆਂ ਸੀ ਜੋ ਮੈਂ ਚੁੱਪ ਕਰਕੇ ਸਹਿ ਲੈਂਦੀ ਹੁੰਦੀ ਸੀ। ਮੈਂ ਕਦੇ ਬੋਲੀ ਨਹੀਂ, ਕਿਉਂਕਿ ਮੈਨੂੰ ਸੀ ਮੈਂ ਆਪਣੇ ਕੰਮ ਨਾਲ ਜਾਂ ਕੁਝ ਬਣ ਕੇ ਦਿਖਾਵਾਂ ਫਿਰ ਜਵਾਬ। ਤੇ ਉਹੀ ਰਿਸ਼ਤੇਦਾਰਾਂ ਦੇ ਹੁਣ ਝੂਠਾ ਤੁਸੀਂ ਖਾਦਾ ਨਾ, ਉਹ ਕਿਸੇ ਨੇ, ਉਹ ਸਾਰਾ ਚਾਹਣਗੇ, ਹਰ ਕੋਈ ਚਾਹੂਗਾ ਕਿ ਅਸੀਂ ਵੀ ਉਹਦਾ ਝੂਠਾ ਖਾਈਏ। ਤੇ ਅੱਜ ਜਦੋਂ ਮੈਂ ਇਸ ਮੁਕਾਮ ਤੇ ਪਹੁੰਚੀ ਹਾਂ, ਤੇ ਹਰ ਇੱਕ ਰਿਸ਼ਤੇਦਾਰ ਦਾ ਡੈਡੀ ਨੂੰ ਜਾਂ ਮੰਮੀ ਨੂੰ ਮੁਬਾਰਕਾਂ ਲਈ ਫੋਨ ਆ ਗਿਆ। ਬਹੁਤ ਅੱਛੀ ਗੱਲ। ਅਸਲ ਦੇ ਵਿੱਚ ਤੁਸੀਂ ਸਕੂਲ ਦੀ ਕਹਾਣੀ ਦੱਸਤੀ, ਰਿਸ਼ਤੇਦਾਰਾਂ ਦੀ ਗੱਲਾਂ ਦੱਸਤੀਆਂ। ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਉਹ ਸਾਰੀਆਂ ਮੁਸ਼ਕਲਾਂ, ਉਹ ਸਾਰਾ ਸਫ਼ਰ ਜੋ ਤੁਸੀਂ ਆਪਣੇ ਆਪ ਦੇ ਉੱਤੇ ਸਹਿਆ, ਕਿਉਂਕਿ ਬਹੁਤ ਸਾਰੇ ਲੋਕ ਤੁਹਾਨੂੰ ਇਸ ਟਾਈਮ ਦੇਖ ਰਹੇ ਨੇ, ਔਰ ਬੜੇ ਸਾਰੇ ਲੋਕਾਂ ਨੂੰ ਆਪਣੇ ਟੀਚੇ ਨੂੰ ਹਾਸਲ ਕਰਨ ਦੇ ਲਈ ਬੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਤਾਂ ਮੈਂ ਤੁਹਾਡੇ ਤੋਂ ਵਿਸਥਾਰ ਨਾਲ ਜਾਣਨਾ ਚਾਹੁੰਦਾ ਵੀ ਤੁਸੀਂ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਔਰ ਉਹਦੇ 'ਚੋਂ ਆਪਣੇ ਆਪ ਨੂੰ ਬਾਹਰ ਕੱਢਿਆ। ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੂੰਗੀ ਕਿ ਲਾਈਫ ਤਾਂ ਕਿਸੇ ਦੀ ਵੀ ਸੌਖੀ ਨਹੀਂ ਹੁੰਦੀ, ਇਹ ਸੌਖੀ ਬਣਾਉਣੀ ਪੈਂਦੀ ਆ। ਤੇ ਲਾਈਫ ਇੱਕ ਚੈਲੰਜ ਆ, ਤੁਸੀਂ ਇਹਨੂੰ ਜਿੰਨਾ ਫੇਸ ਕਰੋਗੇ, ਜਿੰਨਾ ਟੈਕਲ ਕਰੋਗੇ, ਉਨੇ ਹੀ ਜ਼ਿਆਦਾ ਤੁਸੀਂ ਸਟਰੋਂਗ ਹੋਵੋਗੇ। ਮੈਂ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਉਹ ਇਹ ਸੀ ਕਿ ਜੇ ਮੈਂ ਕਿਤੇ ਮਾਰਕੀਟ ਵੀ ਜਾਂਦੀ ਸੀ ਫੈਮਿਲੀ ਨਾਲ ਜਾਂ ਕਿਤੇ ਨੋਰਮਲ ਉੱਦਾਂ, ਤੇ ਲੋਕਾਂ ਨੇ ਮੁੜ-ਮੁੜ ਕੇ ਮੇਰੇ ਵੱਲ ਦੇਖੀ ਜਾਣਾ, ਦੇਖਣਾ ਵੀ ਇੱਦਾਂ ਦੀਆਂ ਨਜ਼ਰਾਂ ਨਾਲ ਕਿ ਮੈਨੂੰ ਇੱਦਾਂ ਲੱਗਦਾ ਹੁੰਦਾ ਸੀ ਕਿ ਮਤਲਬ ਮੇਰੇ 'ਚ ਕੀ ਇੱਦਾਂ ਦੀ ਕਮੀ ਆ ਜਾਂ ਮੈਂ ਕੀ ਅਲੱਗ ਆ ਸਾਰਿਆਂ ਤੋਂ ਕਿ ਮੈਨੂੰ ਇੱਦਾਂ ਫੀਲ ਕਰਾਇਆ ਜਾ ਰਿਹਾ ਆ। ਐਂਡ ਫਿਰ ਇੱਕ ਦੂਜੇ ਨੂੰ ਇਸ਼ਾਰੇ ਕਰਕੇ ਸਪੈਸ਼ਲ ਹੀ ਦੱਸਣਾ ਕਿ ਉਹਨੂੰ ਦੇਖੋ। ਇੱਕ ਤਾਂ ਹੁੰਦਾ ਕਿ ਤੁਸੀਂ ਲੁੱਕ ਕੇ ਕਿਸੇ ਨੂੰ ਪੁਆਇੰਟ ਆਊਟ ਕਰ ਰਹੇ ਹੋ, ਇੱਕ ਸ਼ਰੇਆਮ ਹੀ ਤੁਸੀਂ ਉਹਦੀਆਂ ਅੱਖਾਂ ਸਾਹਮਣੇ ਹੀ ਤੁਸੀਂ ਉਹਨੂੰ ਇਸ਼ਾਰੇ ਕਰ ਰਹੇ ਹੋ। ਉਹ ਚੀਜ਼ਾਂ ਨੇ ਮੈਨੂੰ ਬਹੁਤ ਜ਼ਿਆਦਾ ਡਰਾ ਦਿੱਤਾ। ਫਿਰ ਜਦੋਂ ਕਿਤੇ ਮੈਂ ਮਾਰਕੀਟ ਜਾਣਾ
ਮੰਮੀ ਨਾਲ ਜਾਣਾ ਤੇ ਮੈਨੂੰ ਜਿੱਦਾਂ ਮੈਂ ਮੰਮੀ ਨੂੰ ਪਹਿਲਾਂ ਹੀ ਘਰੋਂ ਹੀ ਕਹਿ ਦੇਣਾ ਕਿ ਮੈਂ ਆਹ ਚੀਜ਼ ਲੈਣੀ ਆ, ਆਹ ਕਲਰ ਲੈਣਾ, ਤਾਂ ਕਿ ਮੈਨੂੰ ਉੱਥੇ ਬੋਲਣਾ ਨਾ ਪਵੇ। ਬਿਕਾਜ਼ ਕਈ ਸ਼ਾਪਕੀਪਰਸ ਇੱਦਾਂ ਦੇ ਹੁੰਦੇ ਸੀ ਕਿ ਮੇਰੀ ਬੋਲਣ ਤੋਂ ਹੀ ਅੰਦਾਜ਼ਾ ਲਾ ਲੈਂਦੇ ਹੁੰਦੇ ਸੀ ਕਿ ਮੇਰੀ ਉਮਰ ਜ਼ਿਆਦਾ ਆ। ਤੇ ਮੰਮਾ ਮੇਰੇ ਬਹੁਤ ਵੀਕ ਨੇ ਮੈਨੂੰ ਲੈ ਕੇ, ਬਹੁਤ ਜ਼ਿਆਦਾ। ਐਂਡ ਜਦੋਂ ਮੈਂ ਕਿਤੇ ਕੋਈ ਚੀਜ਼ ਲੈਣੀ ਤੇ ਮੰਮਾ ਨੂੰ ਕੁਝ ਭੁੱਲ ਜਾਣਾ ਜਾਂ ਸ਼ਾਪਕੀਪਰ ਨੇ ਕੁਝ ਆਪਣੇ ਵੱਲੋਂ ਦਿਖਾ ਦੇਣਾ, ਤੇ ਮੈਂ ਮੰਮਾ ਨੂੰ ਨਾ ਹੌਲੀ ਜਿਹੀ ਕੰਨ ਦੇ ਵਿੱਚ ਕਹਿ ਦੇਣਾ ਕਿ ਮੈਨੂੰ ਆਹ ਚੀਜ਼ ਪਸੰਦ ਆ, ਤੇ ਦੁਕਾਨਦਾਰ ਨੇ ਉਸੇ ਟਾਈਮ ਹੀ ਕਹਿ ਦੇਣਾ ਕਿ ਕੁੜੀ ਦੀ ਉਮਰ ਜ਼ਿਆਦਾ ਲੱਗਦੀ ਆ ਕਿ ਇਹਦਾ ਕੱਦ ਹੀ ਛੋਟਾ ਆ, ਕੁਝ ਐਦਾਂ ਦੀਆਂ ਗੱਲਾਂ। ਤੇ ਉਹ ਗੱਲਾਂ ਮੰਮਾ ਦੀਆਂ ਅੱਖਾਂ ਭਰ ਆਉਂਦੀਆਂ ਹੁੰਦੀਆਂ ਸੀ ਤੇ ਉਹ ਟਾਈਮ ਐਦਾਂ ਦਾ ਹੁੰਦਾ ਸੀ ਕਿ ਮੈਂ ਵੀ ਬਹੁਤ ਫੀਲ ਕਰਦੀ ਹੁੰਦੀ ਸੀ। ਤੇ ਮੈਂ ਬਿਲਕੁਲ ਗੁੱਸੇ 'ਚ ਖਿੱਚ ਕੇ ਮੰਮੀ ਨੂੰ ਕਹਿਣਾ ਕਿ ਚਲੋ ਆਪਾਂ ਇੱਥੋਂ ਕੁਝ ਨਹੀਂ ਲੈਣਾ। ਤੇ ਮੈਂ ਪੂਰੇ ਭਰੇ ਬਾਜ਼ਾਰ ਦੇ ਵਿੱਚੋਂ ਖਾਲੀ ਹੱਥ ਘਰ ਮੋੜ ਆਉਂਦੀ ਰਹੀ ਹਾਂ ਇਹ ਗੱਲਾਂ ਸੁਣ ਕੇ, ਕਿਉਂਕਿ ਮੈਨੂੰ ਇੱਦਾਂ ਹੁੰਦਾ ਸੀ ਕਿ ਅੱਜ ਮੇਰੇ ਕਰਕੇ ਮੇਰੀ ਮਾਂ ਦੀਆਂ ਅੱਖਾਂ 'ਚ ਅੱਥਰੂ ਆ। ਐਂਡ ਉਹ ਟਾਈਮ ਮੈਨੂੰ ਕਦੀ ਨਹੀਂ ਭੁੱਲਦਾ। ਜੀ, ਅਸੀਂ ਵੀ ਇਸ ਗੱਲ ਤੋਂ ਬਿਲਕੁਲ ਮੈਂ ਵੀ ਭਾਵੁਕ ਹੋ ਰਹੀ ਹਾਂ ਤੁਹਾਡੀਆਂ ਗੱਲਾਂ ਸੁਣ ਕੇ। ਪਰ ਜੇ ਤੁਸੀਂ ਭੀੜ ਚੋਂ ਅਲੱਗ ਸੀ ਤੇ ਦੇਖੋ, ਜਦੋਂ ਆਪਾਂ ਤੁਰੇ ਜਾਂਦੇ ਹਾਂ ਸਾਨੂੰ ਅਚਾਨਕ ਕੋਈ ਸੈਲੀਬ੍ਰਿਟੀ ਮਿਲ ਜਾਵੇ ਨਾ, ਆਪਾਂ ਫਟਾਫਟ ਉਹਨੂੰ ਮੁੜ ਕੇ ਦੇਖਦੇ ਹਾਂ, ਦੱਸਦੇ ਹਾਂ ਉਹ ਦੇਖੋ ਉਹ ਤੁਰਿਆ ਜਾਂਦਾ ਹੈ ਨਾ, ਉਹ ਦੇਖੋ ਫਲਾਨਾ ਤੁਰਿਆ ਜਾਂਦਾ। ਕੋਈ ਹੁਣ ਆਪਾਂ ਕ੍ਰਿਕਟਰ ਦੀ ਗੱਲ ਕਰਦੇ ਹਾਂ, ਸਚਿਨ ਤੰਦੂਰਕਰ, ਉਹਨਾਂ ਦੀ ਵੀ ਹਾਈਟ ਘੱਟ ਹੈ, ਔਰ ਨੇਹਾ ਕੱਕੜ ਦੀ ਜੀ, ਔਰ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਨਾਮ ਖੱਟਿਆ। ਤੇ ਤੁਸੀਂ ਜਿਹੜੇ ਹੋ, ਤੁਸੀਂ ਵੱਖਰੇ ਹੋ, ਤੁਸੀਂ ਸਪੈਸ਼ਲ ਕੈਟਾਗਰੀ ਦੇ ਵਿੱਚ ਆਉਂਦੇ ਹੋ। ਤੁਸੀਂ ਜਿਵੇਂ ਗੱਲ ਕਹੀ ਨਾ ਕਿ ਮੈਂ ਇਹਨੇ ਪਤਾ ਨਹੀਂ ਕਿਹਦਾ ਜੂਠਾ ਖਾ ਲਿਆ, ਮੈਂ ਤਾਂ ਚਾਹੁੰਦੀ ਹਾਂ ਫਟਾਫਟ ਉਹ ਇਨਸਾਨ ਸਾਡੇ ਮੂਹਰੇ ਆਵੇ, ਅਸੀਂ ਵੀ ਉਹਦਾ ਜੂਠਾ ਖਾਈਏ, ਅਸੀਂ ਵੀ ਤੁਹਾਡੇ ਵਰਗੇ ਬਣੀਏ। ਤੇ ਇਹ ਗੱਲ ਤੁਸੀਂ ਪੋਜ਼ਿਟਿਵਲੀ ਲਈ ਹੈ। ਅੱਜ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਹਾਸਿਲ ਕੀਤਾ ਹੈ। ਪਰ ਗੱਲ ਕਰਦੇ ਹਾਂ ਤੁਹਾਡੇ ਸੁਪਨੇ ਦੀ, ਕਿ ਸ਼ੁਰੂਆਤ 'ਚ ਤੁਸੀਂ ਇਹੀ ਸੁਪਨਾ ਦੇਖਿਆ ਸੀ ਜਦੋਂ ਬਚਪਨ ਦੇ ਵਿੱਚ ਕਿ ਮੈਂ ਐਡਵੋਕੇਟ ਹੀ ਬਣਨਾ ਜਾਂ ਕਿਸੇ ਹੋਰ ਫੀਲਡ ਵਿੱਚ ਜਾਣਾ ਚਾਹੁੰਦੇ ਸੀ? ਸ਼ੁਰੂਆਤ ਦੇ ਵਿੱਚ ਮੈਂ ਸੋਚਿਆ ਸੀ ਕਿ ਮੈਂ 에ਅਰ ਹੋਸਟਸ ਬਣਨਾ। ਮੈਨੂੰ ਬਹੁਤ ਸ਼ੌਂਕ ਸੀ ਕਿ ਮੈਂ ਉੱਚੀ ਉਡਾਨ ਭਰਨੀ ਹੈ, ਆਪਣੀ ਲਾਈਫ ਨੂੰ ਬਹੁਤ ਉੱਚੇ ਮੁਕਾਮ ਤੱਕ ਲੈ ਕੇ ਜਾਣਾ ਆ। ਬਟ 에ਅਰ ਹੋਸਟਸ ਬਚਪਨ 'ਚ ਇਹ ਗੱਲਾਂ ਸੁਣਦੇ ਆਏ ਆ ਕਿ ਉਹਦੇ ਲਈ ਹਾਈਟ ਬਹੁਤ ਇੰਪੋਰਟੈਂਟ ਆ, ਤੇ ਮੈਨੂੰ ਉਦੋਂ ਵੀ ਲੋਕਾਂ ਨੇ ਇਹੀ ਗੱਲ ਕਹਿ ਕੇ ਰੋਕ ਦਿੱਤਾ ਸੀ ਕਿ ਤੇਰੇ ਬਸ ਦੀ ਗੱਲ ਨਹੀਂ ਆ, ਤੇਰੀ ਤਾਂ ਹਾਈਟ ਹੀ ਛੋਟੀ ਆ, ਤੂੰ ਪਹਿਲੀ ਕੰਡੀਸ਼ਨ ਤੋਂ ਹੀ ਫੇਲ ਆ। ਐਂਡ ਫਿਰ ਮੈਂ ਉਸ ਤੋਂ ਬਾਅਦ ਕਦੇ ਨਹੀਂ ਸੋਚਿਆ ਕਿ ਮੈਂ ਅੱਗੇ ਲਾਈਫ 'ਚ ਕੁਝ ਕਰਨਾ ਆ। ਮੈਂ ਆਪਣੇ ਆਪ ਨੂੰ ਨੈਗੇਟਿਵ ਹੀ ਰੱਖਿਆ ਉਦੋਂ। ਬਟ ਹੌਲੀ ਹੌਲੀ ਜਿੱਦਾਂ ਲਾਈਫ ਮੇਰੀ ਅੱਗੇ ਜਾਂਦੀ ਰਹੀ ਤੇ ਆਫਟਰ +2 ਦੇ ਐਗਜ਼ਾਮਸ ਤੋਂ ਬਾਅਦ ਮੈਂ ਜਦੋਂ ਸੋਚਿਆ ਕਿ ਮੈਂ ਕੁਝ ਕਰਕੇ ਦਿਖਾਉਣਾ ਆ, ਮੈਂ ਕੁਝ ਬਣਨਾ ਆ, ਤੇ ਮੈਂ ਸੋਚਿਆ ਕਿ ਮੈਂ ਲਾਅ ਫੀਲਡ ਨੂੰ ਚੂਜ਼ ਕਰਾਂ ਜੀ। ਬਿਕਾਜ਼ ਲਾਅ ਫੀਲਡ ਦੇ ਨਾਲ ਮੈਨੂੰ ਇਹ ਸੀ ਕਿ ਮੈਂ ਆਪਣਾ ਕੌਨਫੀਡੈਂਸ ਰੇਜ਼ ਕਰਨਾ ਚਾਹੁੰਦੀ ਹਾਂ ਜੀ, ਤੇ ਮੈਂ ਆਪਣੇ ਆਪ ਨੂੰ ਕੁਝ ਬਣ ਕੇ ਦਿਖਾਉਣਾ ਚਾਹੁੰਦੀ ਹਾਂ, ਆਪਣੇ ਪੇਰੈਂਟਸ ਨੂੰ ਵੀ ਪ੍ਰਾਊਡ ਫੀਲ ਕਰਾਉਣਾ ਚਾਹੁੰਦੀ ਹਾਂ ਜੀ। ਤੇ ਫਿਰ ਜੇ ਮੈਂ ਅੱਜ ਨਾਰਮਲ ਹੁੰਦੀ ਤੇ ਸ਼ਾਇਦ ਅੱਜ ਮੈਂ ਇੱਥੇ ਨਾ ਬੈਠੀ ਹੁੰਦੀ ਜੀ। ਬਹੁਤ ਅੱਛੀ ਗੱਲ ਕਹੀ ਹੈ ਇਹਨਾਂ ਨੇ। ਖਾਸ ਤੌਰ ਦੇ ਉੱਤੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਵੀ ਗੱਲ ਦੱਸਣਾ ਚਾਹੁੰਦਾ ਕਿ ਇਹਨਾਂ ਦੀ ਹਾਈਟ 3 ਫੁੱਟ 11 ਇੰਚ 3 ਫੁੱਟ 11 ਇੰਚ ਇਹਨਾਂ ਦਾ ਕੱਦ ਆ, ਔਰ ਪਰ ਇਹਨਾਂ ਦੀਆਂ ਗੱਲਾਂ ਮੇਰੇ ਖਿਆਲ 'ਚ ਸਾਡੇ ਸਾਰਿਆਂ ਦੇ ਦਿਲਾਂ ਦੇ ਵਿੱਚ ਉਹ ਜਜ਼ਬਾ ਭਰਨ ਦੀਆਂ ਨੇ ਜੋ ਇੱਕ ਨਾਰਮਲ ਸ਼ਖਸੀਅਤ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਜੀ। ਤੁਸੀਂ ਜਿਹੜੀਆਂ ਮੁਸ਼ਕਿਲਾਂ ਦੱਸੀਆਂ, ਤੁਸੀਂ ਉਹਨਾਂ ਦਾ ਸਾਹਮਣਾ ਕੀਤਾ। ਕਈ ਵਾਰੀ ਨਾ ਆਪਣੇ ਟੀਚੇ ਨੂੰ, ਮੁਕਾਮ ਨੂੰ ਹਾਸਲ ਕਰਨ ਦੇ ਲਈ ਇੱਕ ਅਜਿਹਾ ਮੌਕਾ ਬਣਦਾ ਹੈ ਕਿ ਸਾਨੂੰ ਚਾਰ ਚੁਫੇਰੇ ਸਿਰਫ ਹਨੇਰਾ ਹੀ ਨਜ਼ਰ ਆਉਂਦਾ, ਸਾਨੂੰ ਕੋਈ ਰਾਹ ਨਹੀਂ ਨਜ਼ਰ ਆਉਂਦਾ। ਉਸ ਟਾਈਮ ਦੇ ਉੱਤੇ ਤੁਸੀਂ ਆਪਣਾ ਉਹ ਹੱਥ ਪੱਲਾ ਕਿਸ ਸ਼ਖਸੀਅਤ ਦਾ ਫੜਿਆ, ਜਾਂ ਕਿਹੜੀ ਕਿਤਾਬ ਫੜੀ, ਜਾਂ ਕਿਹੜੀਆਂ ਐਸੀਆਂ ਆਦਤਾਂ ਅਪਣਾਉਣੀਆਂ ਸ਼ੁਰੂ ਕੀਤੀਆਂ ਕਿ ਜਿਹਨੇ ਤੁਹਾਨੂੰ ਉਹ ਦੀਵੇ ਬਾਲ ਕੇ ਜਿਹੜੀ ਲੋ ਜਿਹੜੀ ਆ ਉਹ ਦਿਖਾਣੀ ਸ਼ੁਰੂ ਕਰ ਦਿੱਤੀ? ਜਦੋਂ +2 ਤੋਂ ਬਾਅਦ ਮੈਂ ਬਿਲਕੁਲ ਹੀ ਨਿਰਾਸ਼ ਹੋ ਗਈ ਸੀ ਆਪਣੀ ਲਾਈਫ ਨੂੰ ਲੈ ਕੇ। ਮੈਂ ਕਮਰੇ 'ਚ ਹੀ ਰਹਿਣ ਲੱਗ ਗਈ ਸੀ। ਮੈਨੂੰ ਇਹ ਹੁੰਦਾ ਸੀ ਸਕੂਲ ਖਤਮ ਹੋ ਗਿਆ ਤੇ ਫਾਈਨਲੀ ਹੁਣ ਮੈਂ ਲੋਕਾਂ ਦੀ ਹੋਰ ਗੱਲਾਂ ਨਹੀਂ ਸੁਣੂੰਗੀ, ਹਾਸਾ ਲੋਕਾਂ ਦਾ ਜਿਹੜਾ ਉਹ ਹੁਣ ਘੱਟ ਹੋਊਗਾ ਮੇਰੇ ਤੇ ਮੈਂ ਸਾਰੀ ਲਾਈਫ ਆਪਣੀ ਫੈਮਿਲੀ ਨਾਲ ਇੰਜੋਏ ਕਰੂੰਗੀ, ਜਿਹੜੇ ਮੈਨੂੰ ਪਿਆਰ ਕਰਦੇ ਜਿੱਦਾਂ ਦੀ ਵੀ ਮੈਂ ਹੈਗੀ ਹਾਂ। ਬਟ ਉਹ 3 ਮਹੀਨੇ ਦੀਆਂ ਛੁੱਟੀਆਂ ਜਿਹੜੀਆਂ ਬੋਰਡ ਐਗਜ਼ਾਮਸ ਤੋਂ ਬਾਅਦ ਹੁੰਦੀਆਂ ਨੇ ਨਾ, ਉਹ ਜਦੋਂ ਮੈਂ ਉਹ 3 ਮਹੀਨੇ ਆਪਣੀ ਲਾਈਫ ਤੇ ਘਰ ਇੱਕ ਰੂਮ 'ਚ ਕੱਟਿਆ ਤੇ ਮੈਨੂੰ ਉਹ ਚੀਜ਼ ਇੱਦਾਂ ਹੁੰਦੀ ਸੀ ਕਿ ਮੈਂ ਸਾਰੀ ਲਾਈਫ ਕਿੱਦਾਂ ਕੱਟਣੀ ਆ, ਮੈਂ ਕਿੱਦਾਂ ਬੋਝ ਬਣਨਾ ਆ ਆਪਣੇ ਪੇਰੈਂਟਸ ਤੇ, ਮੈਨੂੰ ਕੁਝ ਕਰਨਾ ਚਾਹੀਦਾ ਆ। ਮੈਂ ਸਾਰੀ ਲਾਈਫ ਇੱਕ ਕਮਰੇ 'ਚ ਬੈਠ ਕੇ ਨਹੀਂ ਕੱਟ ਸਕਦੀ। ਤੇ ਪੇਰੈਂਟਸ ਚਾਹੇ ਜਿੰਨੇ ਮਰਜ਼ੀ ਸਪੋਰਟਿਵ ਹੋਣ ਜਾਂ ਕੁਛ ਆ, ਅੱਜ ਨਹੀਂ ਤਾਂ ਕੱਲ ਇੱਕ ਨਾ ਇੱਕ ਦਿਨ ਕਿਤੇ ਨਾ ਕਿਤੇ ਫਿਰ ਵੀ ਕਹਿ ਦਿੰਦੇ ਆ ਹਨਾ ਕਿ ਤੂੰ ਲਾਈਫ 'ਚ ਕੀ ਕੀਤਾ ਜਾਂ ਕੁਛ। ਮੈਂ ਨਹੀਂ ਚਾਹੁੰਦੀ ਸੀ ਮੈਨੂੰ ਕੋਈ ਕੁਛ ਸੁਣਾਵੇ। ਐਂਡ ਇੱਦਾਂ ਹੀ ਇੱਕ ਵਾਰ ਮੈਂ ਆਪਣੇ ਰੂਮ ਦੇ ਵਿੱਚ ਸੀਗੀ ਤੇ ਫੈਮਿਲੀ ਡਿਸਕਸ਼ਨ ਚੱਲ ਰਹੀ ਸੀ ਬ੍ਰਦਰ ਦੀ ਲਾਈਫ ਨੂੰ ਲੈ ਕੇ, ਉਹਦੇ ਫਿਊਚਰ ਨੂੰ ਲੈ ਕੇ। ਸਭ ਕੁਝ ਪੋਜ਼ਿਟਿਵ ਆ, ਕੋਈ ਨੈਗੇਟਿਵ ਨਹੀਂ। ਉਹਨਾਂ ਨੇ ਜਸਟ ਨਾਰਮਲ ਗੱਲ ਕੀਤੀ ਕਿ ਉਹ ਆਪਣੀ ਲਾਈਫ ਨੂੰ ਲੈ ਕੇ ਡਰਦੀ ਆ, ਪਤਾ ਨਹੀਂ ਉਹਨੇ ਆਫਟਰ +2 ਹੁਣ ਕਾਲਜ ਵਗੈਰਾ 'ਚ ਜਾਣਾ ਵੀ ਆ ਜਾਂ ਨਹੀਂ, ਆਪਾਂ ਉਹਨੂੰ ਫੋਰਸ ਵੀ ਨਹੀਂ ਕਰ ਸਕਦੇ। ਉਹ ਜਿੱਦਾਂ ਕਹੂਗੀ ਆਪਾਂ ਉੱਦਾਂ ਹੀ ਕਰਨਾ ਆ, ਬਟ ਸਾਨੂੰ ਹੁਣ ਅੱਗੇ ਉਮੀਦਾਂ ਸਾਰੀਆਂ ਤੇਰੇ ਤੋਂ ਆ। ਤੇ ਜਦੋਂ ਆਹ ਗੱਲ ਮੈਂ ਸੁਣੀ ਨਾ ਕਿ ਮਤਲਬ ਮੇਰੇ ਘਰਦਿਆਂ ਨੂੰ ਵੀ ਮੇਰੇ ਤੋਂ ਕੋਈ ਉਮੀਦ ਨਹੀਂ ਹੈਗੀ, ਉਹਨਾਂ ਨੂੰ ਬ੍ਰਦਰ ਤੋਂ ਹੀ ਉਮੀਦ ਆ,
ਉਦੋਂ ਮੈਂ ਸੋਚਿਆ ਕਿ ਕਿਉਂ ਸਿਰਫ ਮੁੰਡੇ ਤੋਂ ਹੀ ਉਮੀਦ ਰੱਖੀ ਜਾ ਸਕਦੀ, ਮੈਂ ਕਿਉਂ ਨਹੀਂ ਕੁਝ ਕਰ ਸਕਦੀ। ਸਿਰਫ ਇੱਕ ਹੀ ਕਮੀ, ਸਿਰਫ ਕੱਦ ਛੋਟਾ ਆ, ਹੋਰ ਮੇਰੇ 'ਚ ਕੀ ਕਮੀ ਆ, ਮੈਂ ਬਿਲਕੁਲ ਪਰਫੈਕਟ ਆ। ਉਸ ਦਿਨ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ ਐਂਡ ਮੈਂ ਫਿਰ ਲਾਅ ਕਾਲਜ 'ਚ ਐਡਮਿਸ਼ਨ ਲਈ ਆ ਐਂਡ ਕਾਲਜ ਦਾ ਸਫ਼ਰ ਤਾਂ ਮੇਰਾ ਬਹੁਤ ਜ਼ਿਆਦਾ ਖੁਸ਼ਹਾਲ ਨਿਕਲਿਆ ਆ। ਬਹੁਤ ਅੱਛੀ ਆ। ਕਾਲਜ ਦੀ ਸਫ਼ਰ ਦੀ ਗੱਲ ਵੀ ਅਸੀਂ ਕਰਨੀ ਆ, ਪਰ ਉਸ ਤੋਂ ਪਹਿਲਾਂ ਅਸੀਂ ਗੱਲ ਕਰਨੀ ਆ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਅੱਜ ਤੁਸੀਂ ਜਿਹੜੇ ਆ ਬਹੁਤ ਸਾਰੇ ਲੋਕਾਂ ਦੇ ਰੋਲ ਮਾਡਲ ਹੋ, ਔਰ ਅੱਜ ਦੇ ਪ੍ਰੋਗਰਾਮ ਤੋਂ ਬਾਅਦ ਸਾਡੇ ਹੋਰ ਵੀ ਬਹੁਤ ਸਾਰੇ ਦਰਸ਼ਕ ਜਿਹੜੇ ਆ ਤੁਹਾਡੇ ਨਾਲ ਜੁੜਨਗੇ ਔਰ ਬਹੁਤ ਸਾਰੇ ਤੁਹਾਡੇ ਤੋਂ ਇਨਸਪੀਰੇਸ਼ਨ ਲੈਣਗੇ। ਤੇ ਜਦੋਂ ਤੁਹਾਡੇ ਕੋਲ ਇਨਸਪੀਰੇਸ਼ਨ ਲੈਣ ਦੀ ਜ਼ਰੂਰਤ ਸੀ, ਜਦੋਂ ਤੁਹਾਨੂੰ ਸੀ, ਤਾਂ ਤੁਹਾਡਾ ਰੋਲ ਮਾਡਲ ਕੌਣ ਬਣਿਆ? ਤੁਹਾਡੀ ਮਦਰ ਜਾਂ ਹੋਰ ਕੋਈ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਇਹੋ ਜਿਹਾ ਆਇਆ? ਮਦਰ ਜੀ। ਹਮੇਸ਼ਾ ਮੈਨੂੰ ਉਹਨਾਂ ਨੇ ਹਿੰਮਤ ਦਿੱਤੀ ਆ ਕਿ ਤੈਨੂੰ ਜੇ ਰੱਬ ਨੇ ਇੱਥੇ ਭੇਜਿਆ ਆ ਤੇ ਤੂੰ ਸਟਰੋਂਗ ਆ, ਜੇ ਤੈਨੂੰ ਅਲੱਗ ਬਣਾਇਆ ਤੇਰੇ 'ਚ ਕੁਝ ਉਹਨਾਂ ਨੇ ਦੇਖਿਆ ਆ। ਕਹਿੰਦੇ ਹੁੰਦੇ ਆ ਨਾ ਕਿ ਜ਼ਿੰਦਗੀ ਵੀ ਉਹਦੇ ਨਾਲ ਹੀ ਖੇਡਦੀ ਆ ਜੋ ਉਹਦੀ ਟੱਕਰ ਦਾ ਖਿਡਾਰੀ ਹੋਵੇ। ਬਹੁਤ ਅੱਛੀ ਗੱਲ ਕਹੀ ਹੈ। ਇੰਨੀਆਂ ਖੂਬਸੂਰਤ ਗੱਲਾਂ ਤੁਸੀਂ ਕਰਦੇ ਹੋ, ਇੰਨੀ ਪੋਜ਼ਿਟਿਵ ਜਿਹੜੀ ਐਨਰਜੀ ਹੈ ਤੁਹਾਡੇ 'ਚ, ਇੰਨਾ ਕੌਨਫੀਡੈਂਸ ਹੈ, ਉਹਦਾ ਵੀ ਆਪਾਂ ਕਿਉਂ ਨਾ ਇਹਨਾਂ ਨੂੰ ਪੁੱਛ ਲਈਏ ਕਿ ਕੀ ਰਾਜ਼ ਹੈ। ਬਿਲਕੁਲ ਪੁੱਛਣਾ ਲਾਈਫ ਚਾਹੀਦਾ। ਐਕਸਪੀਰੀਐਂਸਸ, ਕਿਉਂਕਿ ਆਪਾਂ ਕਿਸੇ ਨੂੰ ਸੁਣੀਏ ਜਾਂ ਕਿਸੇ ਨੂੰ ਦੇਖੀਏ, ਆਪਾਂ ਉਹ ਚੀਜ਼ਾਂ ਕਦੇ ਇੰਨੀਆਂ ਨਹੀਂ ਸਿੱਖ ਸਕਦੇ ਜੋ ਅਸੀਂ ਆਪਣੀ ਜ਼ਿੰਦਗੀ ਤੋਂ ਸਿੱਖ ਸਕਦੇ ਹਾਂ। ਲੋਕਾਂ ਦੇ ਤਾਨੇ ਮੇਣੇ, ਮੇਰਾ ਐਕਸਪੀਰੀਅੰਸ, ਮੇਰੀ ਹਾਰਡਸ਼ਿਪਸ, ਇਹਨਾਂ ਨੇ ਹੀ ਮੈਨੂੰ ਇੰਨਾ ਸਿਆਣਾ ਕੀਤਾ ਆ। ਬਹੁਤ ਕੀ ਬਾਤ ਹੈ ਜੀ। ਜਦੋਂ ਤੁਸੀਂ ਕਮਰੇ ਦੇ ਵਿੱਚ ਸੀ ਔਰ ਆਪਣੇ ਆਪ ਦੇ ਨਾਲ ਇਹ ਤੈਅ ਕਰ ਲਿਆ ਕਿ ਮੈਨੂੰ ਕੁਝ ਕਰਨਾ ਪਏਗਾ ਹੁਣ, ਕਿਉਂਕਿ ਮੇਰੇ ਘਰਦਿਆਂ ਨੂੰ ਵੀ ਮੇਰੇ ਤੋਂ ਉਮੀਦ ਨਹੀਂ ਹੈ, ਮੈਂ ਉਸ ਮੌਕੇ ਤੇ ਤੁਹਾਨੂੰ ਵਾਪਸ ਦੁਬਾਰਾ ਲੈ ਕੇ ਜਾ ਰਿਹਾ ਜੀ। ਜਦੋਂ ਅਸੀਂ ਤੈਅ ਕਰ ਲੈਂਦੇ ਹਾਂ, ਫਿਰ ਜ਼ਿੰਦਗੀ ਦੇ ਵਿੱਚ ਅਨੁਸ਼ਾਸਨ ਦੀ ਅਹਿਮੀਅਤ ਨੂੰ ਸਮਝਣਾ ਵੀ ਜ਼ਰੂਰੀ ਹੋ ਜਾਂਦਾ ਹੈ। ਤੁਹਾਡੇ ਲਈ ਅਨੁਸ਼ਾਸਨ ਕਿਹੋ ਜਿਹਾ ਸੀਗਾ ਔਰ ਆਮ ਬੰਦੇ ਲਈ ਕਿਹੋ ਜਿਹਾ ਹੋਣਾ ਚਾਹੀਦਾ ਆ ਤਾਂ ਕਿ ਉਹ ਜ਼ਿੰਦਗੀ ਦੇ ਵਿੱਚ ਜਦੋਂ ਤੈਅ ਕਰ ਲਏ ਤਾਂ ਮੁਕਾਮ ਹਾਸਿਲ ਕਰੇ? ਉਹ ਟਾਈਮ ਇੱਦਾਂ ਦਾ ਹੁੰਦਾ ਕਿ ਜਦੋਂ ਆਪਣੀ ਮੈਂਟਲ ਸਟੇਟ ਹੈ ਨਾ ਜਿਹੜੀ, ਉਹ ਬਹੁਤ ਜ਼ਿਆਦਾ ਨੈਗੇਟਿਵ ਹੋ ਜਾਂਦੀ ਆ। ਤੇ ਮੈਂ ਵੀ ਬਹੁਤ ਜ਼ਿਆਦਾ ਲੋ ਹੁੰਦੀ ਸੀ ਕਿ ਮੇਰਾ ਕੁਝ ਕਰਨ ਨੂੰ ਹੀ ਦਿਲ ਨਹੀਂ ਕਰਦਾ ਹੁੰਦਾ ਸੀ, ਉੱਠਣ ਦਾ ਹੀ ਦਿਲ ਨਹੀਂ ਕਰਦਾ ਸੀ। ਸਭ ਤੋਂ ਪਹਿਲਾਂ ਮੈਂ ਆਪਣੇ ਡੇਲੀ ਰੂਟੀਨ ਨੂੰ ਚੇਂਜ ਕੀਤਾ। ਮੈਂ ਪੋਜ਼ਿਟਿਵ ਗੱਲਾਂ ਵੱਲ ਧਿਆਨ ਦੇਣਾ ਸ਼ੁਰੂ ਕੀਤਾ। ਮੈਂ ਪੋਜ਼ਿਟਿਵ ਆਰਟੀਕਲਸ ਪੜ੍ਹਨੇ ਸ਼ੁਰੂ ਕੀਤੇ। YouTube ਦੀ ਹੈਲਪ ਨਾਲ ਮੈਨੂੰ ਬਹੁਤ ਜ਼ਿਆਦਾ ਇੰਪਰੂਵਮੈਂਟ ਆਈ ਆ ਮੇਰੀ ਲਾਈਫ ਦੇ ਵਿੱਚ। ਜੀ। ਤੇ ਟਾਈਮ ਨਾਲ ਉੱਠਣਾ ਤੇ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ, ਕਿਉਂਕਿ ਇੱਕ ਰੂਮ ਦੇ ਵਿੱਚ ਬੈਠ ਕੇ ਇਕੱਲੇ ਟਾਈਮ ਸਪੈਂਡ ਜਦੋਂ ਬੰਦਾ ਕਰਦਾ ਨਾ, ਉਹ ਇੱਥੇ ਮੈਂਟਲੀ ਬਹੁਤ ਬੰਦਾ ਬਿਲਕੁਲ। ਤੇ ਫੈਮਿਲੀ ਨਾਲ ਟਾਈਮ ਸਪੈਂਡ ਕਰਨਾ ਐਂਡ ਫਿਰ ਇੱਦਾਂ ਹੀ ਮੈਂ ਇੱਕ ਦਿਨ ਪਾਪਾ ਨਾਲ ਗੱਲ ਕੀਤੀ ਕਿ ਮੈਂ ਲਾਅ ਕਰਨਾ ਚਾਹੁੰਦੀ ਹਾਂ। ਪਾਪਾ ਵੀ 1 ਮਿੰਟ ਲੱਗਾ ਉਹਨਾਂ ਨੂੰ ਕਿ ਸੱਚੀ ਤੂੰ ਕਰ ਲੇਂਗੀ? ਮੈਂ ਕਿਹਾ ਮੈਂ ਕਰ ਲੂੰਗੀ, ਬਸ ਮੇਰੀ ਐਡਮਿਸ਼ਨ ਕਰਾ ਦਿਓ। ਐਂਡ ਉਸ ਤੋਂ ਬਾਅਦ ਪੂਰੇ 5 ਸਾਲਾਂ ਵਿੱਚ ਉਹਨਾਂ ਨੂੰ ਕੁਝ ਨਹੀਂ, ਬਸ ਸਿੱਧਾ। ਇਹ ਸੋਚ ਮੈਂ ਤੁਹਾਨੂੰ ਰੋਕਣਾ ਚਾਹੂੰਗੀ ਇਹ ਇੱਥੇ ਕਿ ਇਹ ਸੋਚ ਇੱਕਦਮ ਕਿੱਦਾਂ ਆਈ ਦਿਮਾਗ ਦੇ ਵਿੱਚ? ਉਹੀ ਜਦੋਂ ਮੈਂ ਘਰ ਇੱਕ ਗੱਲ ਸੁਣੀ ਸੀ ਬ੍ਰਦਰ ਵਾਲੀ ਕਿ ਬ੍ਰਦਰ ਨੇ ਲਾਅ ਬਾਰੇ ਜਾਣਦੀ, ਇਸ ਫੀਲਡ ਬਾਰੇ। ਲਾਅ ਬਾਰੇ ਇਸ ਲਈ ਬਿਕਾਜ਼ ਲਾਅ ਇਦਾਂ ਦੀ ਇੱਕ ਫੀਲਡ ਆ ਜਿੱਥੇ ਤੁਹਾਡਾ ਹਾਰਡ ਵਰਕ ਤੇ ਤੁਹਾਡੀ ਨੌਲੇਜ ਕੰਮ ਕਰਦੀ ਆ। ਤੇ ਇੱਥੇ ਤੁਹਾਡੀ ਫਿਜ਼ੀਕਲ ਅਪੀਅਰੈਂਸ ਬਿਲਕੁਲ ਨਹੀਂ ਮੈਟਰ ਕਰਦੀ ਤੇ ਨਾ ਹੀ ਤੁਹਾਨੂੰ ਹਾਈਟ ਕਰਕੇ ਸਾਰੇ ਜੱਜ ਕਰਦੇ ਆ। ਉੱਥੇ ਵੀ ਮੇਰੇ ਨਾਲ ਇਹ ਚੀਜ਼ ਹੁੰਦੀ ਆ, ਬਟ ਮੈਂ ਉਹਨਾਂ ਨੂੰ ਸਭ ਨੂੰ ਜਵਾਬ ਹੀ ਆਪਣੇ ਕੰਮ ਨਾਲ ਦੇਣਾ ਚਾਹੁੰਦੀ ਆ। ਬਹੁਤ ਅੱਛੀ। ਔਰ ਕਾਲਜ ਲਾਈਫ ਦੀ ਆਪਾਂ ਪਹਿਲਾਂ ਗੱਲ ਕਰਦੇ ਹਾਂ, ਫਿਰ ਤੁਹਾਡੇ ਹੋਣ ਵਾਲੀ ਜਿਹੜੀ ਲਾਈਫ ਤੁਸੀਂ ਜੀਂਦੇ ਹੋ ਉਹ ਵੀ ਗੱਲ ਕਰਾਂਗੇ ਹੌਲੀ ਹੌਲੀ। ਕਾਲਜ ਦੇ ਵਿੱਚ ਦੇਖੋ, ਸਕੂਲ ਦੇ ਵਿੱਚ ਤੁਸੀਂ ਦੱਸਿਆ ਕਿ ਬੱਚੇ ਮੇਰੇ ਵੱਲ ਦੇਖਦੇ ਸੀ, ਸਕੂਲ ਵਿੱਚ ਨਾ ਸਮਝ ਹੁੰਦੇ ਆ ਬੱਚੇ, ਹੈ ਨਾ, ਬੱਚਿਆਂ ਵਾਲੀ ਸੋਚ। ਤੇ ਜਦੋਂ ਤੁਸੀਂ ਕਾਲਜ ਦੇ ਵਿੱਚ ਗਏ, ਉੱਥੇ ਤੇ ਮੈਚਿਓਰ ਹੁੰਦੇ ਬੱਚੇ, ਤੇ ਤੁਹਾਨੂੰ ਉਦੋਂ ਵੀ ਉਹਨਾਂ ਨਜ਼ਰਾਂ ਨਾਲ ਦੇਖਿਆ ਗਿਆ? ਉੱਦਾਂ ਹੀ ਬੱਚੇ ਤੁਹਾਨੂੰ ਦੇਖਦੇ ਸੀ ਜਾਂ ਤੁਹਾਨੂੰ ਕਮੈਂਟ ਪਾਸ ਕਰਦੇ ਸੀ, ਜਾਂ ਫਿਰ ਤੁਹਾਨੂੰ ਆਪਣੇ ਦੋਸਤਾਂ ਦਾ, ਆਪਣੇ ਅਧਿਆਪਕਾਂ ਦਾ ਸਾਥ ਮਿਲਿਆ? ਕਾਲਜ ਦੇ ਵਿੱਚ ਇੱਦਾਂ ਸੀ, ਪਹਿਲਾਂ ਤਾਂ ਮੈਂ ਖੁਦ ਹੀ ਨੈਗੇਟਿਵ ਸੀ ਤੇ ਉਹ ਗੱਲਾਂ ਮੈਂ ਹੀ ਨੈਗੇਟਿਵ ਜ਼ਿਆਦਾ ਲੈ ਲੈਂਦੀ ਸੀ। ਕਾਲਜ ਲਾਈਫ ਮੇਰੀ ਬਿਲਕੁਲ ਹੀ ਵਧੀਆ ਤੇ ਪੋਜ਼ਿਟਿਵ ਰਹੀ ਆ। ਪਹਿਲਾ ਦਿਨ ਥੋੜਾ ਮੈਨੂੰ ਲੱਗਦਾ ਸੀ ਕਿ ਇੱਕ ਨਵੀਂ ਜਗ੍ਹਾ ਆ, ਪਤਾ ਨਹੀਂ ਲੋਕ ਮੈਨੂੰ ਐਕਸੈਪਟ ਕਰਨਗੇ ਜਾਂ ਨਹੀਂ, ਬਟ ਉਦੋਂ ਤੱਕ ਮੈਂ ਖੁਦ ਆਪਣੇ ਆਪ ਨੂੰ ਐਕਸੈਪਟ ਕਰ ਚੁੱਕੀ ਸੀ ਤੇ ਮੈਨੂੰ ਸੀ ਕਿ ਅੱਜ ਮੈਨੂੰ ਕੋਈ ਕੁਝ ਕਹਿੰਦਾ ਵੀ ਆ ਤੇ ਮੈਂ ਉਸ ਚੀਜ਼ ਤੇ ਗੌਰ ਨਹੀਂ ਕਰਨਾ। ਜੇ ਮੈਂ ਅੱਜ ਇਹ ਜਰਨੀ ਸ਼ੁਰੂ ਕੀਤੀ ਆ ਤੇ ਮੈਂ ਖਤਮ ਕਰਕੇ ਹੀ ਮੁੜਨਾ ਆ। ਪਹਿਲਾ ਹਫਤਾ ਇੱਦਾਂ ਸੀ ਕਿ ਕਈ ਸਟੂਡੈਂਟਸ ਨੂੰ ਜਾਂ ਟੀਚਰਸ ਨੂੰ ਇਹ ਨਹੀਂ ਯਕੀਨ ਹੁੰਦਾ ਸੀ ਕਿ ਮੈਂ ਸਟੂਡੈਂਟ ਆ। ਉਹਨਾਂ ਨੂੰ ਇਹ ਲੱਗਦਾ ਸੀ ਮੇਬੀ ਮੈਂ ਕਿਸੇ ਟੀਚਰ ਦਾ ਬੱਚਾ ਆ ਤੇ ਕਿਸੇ ਨੇ ਵੀ ਆ ਕੇ ਮੇਰੀ ਚੀਕ ਪੁੱਲ ਕਰ ਦੇਣੀ ਜਾਂ ਕੁਝ, ਮਤਲਬ ਇੱਦਾਂ ਦੀਆਂ ਛੋਟੀਆਂ ਚੀਜ਼ਾਂ ਮੇਰੇ ਨਾਲ ਹੋਈਆਂ। ਐਂਡ ਜਦੋਂ ਉਹਨਾਂ ਨੂੰ ਰਿਅਲਾਈਜ਼ ਹੁੰਦਾ ਸੀ, ਉਹ ਫਿਰ ਮੈਨੂੰ ਆ ਕੇ ਸੌਰੀ ਵੀ ਬੋਲਦੇ ਸੀ ਐਂਡ ਮੈਂ ਹੱਸ ਕੇ ਕਹਿ ਦਿੰਦੀ ਸੀ ਕਿ ਇੰਨੀ ਵੱਡੀ ਕੋਈ ਗੱਲ ਨਹੀਂ, ਇਟਸ ਓਕੇ। ਤੇ ਫਿਰ ਹੌਲੀ ਹੌਲੀ ਜਿੱਦਾਂ ਸਭ ਨੂੰ ਮੇਰਾ ਪਤਾ ਲੱਗਣ ਲੱਗਾ, ਮੇਰਾ ਪਿਆਰ ਟੀਚਰਸ ਨਾਲ, ਪ੍ਰਿੰਸੀਪਲ ਮੈਮ ਨਾਲ, ਬੱਚਿਆਂ ਨਾਲ ਬਹੁਤ ਜ਼ਿਆਦਾ ਸੀ ਤੇ ਜੂਨੀਅਰਸ ਐਂਡ ਸੀਨੀਅਰ ਸਭ ਹੀ ਮੈਨੂੰ ਪੈਂਪਰ ਕਰਕੇ ਰੱਖਦੇ ਸੀਗੇ। ਮੇਰਾ ਬਹੁਤ ਜ਼ਿਆਦਾ ਪਿਆਰ ਸਾਰਿਆਂ ਨਾਲ ਹੀ ਸਪੈਸ਼ਲ ਸੀ ਉੱਥੇ ਵੀ ਤੁਸੀਂ? ਬਹੁਤ ਜ਼ਿਆਦਾ। ਜਦੋਂ ਤੁਸੀਂ ਆਪਣੇ ਆਪ ਨੂੰ ਅਸੈਪਟ ਕੀਤਾ, ਉਦੋਂ ਦੁਨੀਆ ਨੇ ਵੀ ਤੁਹਾਨੂੰ ਅਸੈਪਟ ਕਰਨਾ ਸ਼ੁਰੂ ਕਰ ਦਿੱਤਾ। ਹਾਂਜੀ, ਮੈਂ ਇਹੀ ਦੁਨੀਆ ਨੂੰ ਕਹਿਣਾ ਚਾਹੂੰਗੀ ਕਿ ਤੁਸੀਂ ਖੁਦ ਜਦੋਂ ਆਪਣੇ ਆਪ ਨੂੰ ਐਕਸੈਪਟ ਕਰਦੇ ਹੋ ਨਾ, ਫੇਰ ਹੀ ਲੋਕੀ ਤੁਹਾਨੂੰ ਪਹਿਚਾਨਣਾ ਸ਼ੁਰੂ ਕਰਦੇ ਆ। ਇਹ ਆਪਣੇ ਤੋਂ ਸ਼ੁਰੂਆਤ ਹੁੰਦੀ ਆ, ਲੋਕਾਂ ਤੋਂ ਨਹੀਂ। ਮਤਲਬ ਬਾਹਰਲਾ ਜਿਹੜਾ ਮਾਹੌਲ ਆ ਉਹ ਤੁਹਾਨੂੰ ਪ੍ਰਭਾਵਿਤ ਨਹੀਂ ਕਰਦਾ, ਤੁਹਾਡੇ ਅੰਦਰ ਕੀ ਚੱਲਦਾ ਪਿਆ ਉਹਦੇ ਨਾਲ ਬਾਹਰਲਾ ਮਾਹੌਲ ਜਿਹੜਾ ਉਹ ਪ੍ਰਭਾਵ ਪੈਂਦਾ। ਮੇਰੀ ਉਹ ਪੋਜ਼ਿਟਿਵ ਵਾਈਬ ਜਾਂ ਮੇਰੀ ਆਪਣੇ ਆਪ ਨੂੰ ਲੈ ਕੇ ਉਹ ਖੁਸ਼ੀ ਨੇ ਹੀ ਬਾਅਦ ਚ ਸਭ ਨੂੰ ਮੇਰੇ ਵੱਲ ਅਟਰੈਕਟ ਕੀਤਾ। ਜੀ। ਵੈਸੇ ਦਿਲ ਨਹੀਂ ਕਰਦਾ
ਕਿ ਤੁਹਾਡੀਆਂ ਗੱਲਾਂ ਰੁਕਣ ਜੀ ਕਰਦਾ ਕਿ ਤੁਹਾਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਸੁਣੀ ਜਾਈਏ। ਪਰ ਹੁਣ ਇੱਕ ਮਿੱਠਾ ਜਿਹਾ ਪਿਆਰਾ ਜਿਹਾ ਗੀਤ ਵੀ ਸਾਡੇ ਪ੍ਰੋਗਰਾਮ ਵਿੱਚ ਅਸੀਂ ਦਿਖਾਉਣਾ ਹੈ। ਪ੍ਰੋਗਰਾਮ ਦਾ ਨਾਮ ਹੈ ਗੱਲਾਂ ਤੇ ਗੀਤ। ਚੱਲਦੇ ਹਾਂ ਜੀ ਗੀਤ ਵੱਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਗੱਲਾਂ ਤੇ ਗੀਤ। 3 ਫੁੱਟ 11 ਇੰਚ ਦੀ ਕੱਦ ਦੀ ਵਕੀਲ ਸਾਹਿਬਾ ਸਾਡੇ ਨਾਲ ਜੁੜੀ ਹੋਈ ਹੈ ਔਰ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ। ਤੁਸੀਂ ਦੱਸ ਰਹੇ ਸੀ ਕਿ ਜਦੋਂ ਤੁਸੀਂ ਤੈਅ ਕੀਤਾ ਕਿ ਲਾਅ ਕਾਲਜ ਦੇ ਵਿੱਚ ਐਡਮਿਸ਼ਨ ਲੈਣੀ ਹੈ, ਉਦੋਂ ਤੁਸੀਂ ਆਰਟੀਕਲਸ ਪੜ੍ਹਨੇ ਸ਼ੁਰੂ ਕੀਤੇ, ਆਪਣੇ ਆਪ ਨੂੰ ਉੱਪਰ ਚੱਕਣ ਦੇ ਲਈ, ਲਾਈਫ ਦੇ ਵਿੱਚ ਉੱਪਰ ਉਠਾਉਣ ਦੇ ਲਈ ਬੜੀਆਂ ਐਸੀਆਂ ਚੀਜ਼ਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ। ਮੈਂ ਉਹ ਚੀਜ਼ਾਂ ਦੇ ਬਾਰੇ ਜਾਣਨਾ ਚਾਹੁੰਦਾ ਵੀ ਕਿਹੜੀਆਂ ਐਸੀਆਂ ਲਰਨਿੰਗਸ ਹੈ, ਕਿਹੜੀਆਂ ਐਸੀਆਂ ਚੀਜ਼ਾਂ ਨੂੰ ਤੁਸੀਂ ਸਿੱਖਿਆ ਕਿ ਜਿਹਦੇ ਨਾਲ ਤੁਸੀਂ ਆਪਣੇ ਇਸ ਮੁਕਾਮ ਤੱਕ ਪਹੁੰਚ ਪਾਏ ਹੋ। ਸਭ ਤੋਂ ਪਹਿਲਾਂ ਲਾਅ ਆਫ ਅਟਰੈਕਸ਼ਨ, ਪੋਜ਼ਿਟਿਵ ਐਂਡ ਨੈਗੇਟਿਵ ਵਾਈਬਸ। ਆਪਾਂ ਜਿੰਨਾ ਪੋਜ਼ਿਟਿਵ ਚੀਜ਼ਾਂ ਵੱਲ ਧਿਆਨ ਦਿੰਦੇ ਹਾਂ, ਜਿੰਨਾ ਆਪਾਂ ਪੋਜ਼ਿਟਿਵ ਸੋਚਦੇ ਹਾਂ, ਸਾਡੀ ਲਾਈਫ ਉਨੀ ਜ਼ਿਆਦਾ ਪੋਜ਼ਿਟਿਵ ਹੁੰਦੀ ਆ। ਕਿਉਂਕਿ ਮੈਂ ਨੈਗੇਟਿਵ ਸੋਚਦੀ ਹੁੰਦੀ ਸੀ ਪਹਿਲਾਂ, ਫਿਰ ਮੈਂ ਬਿਲਕੁਲ ਹੀ ਨੈਗੇਟਿਵ ਚੀਜ਼ਾਂ ਨੂੰ ਆਪਣੇ ਮਾਈਂਡ ਚੋਂ ਕੱਢਤਾ। ਜੇ ਕੁਝ ਨੈਗੇਟਿਵ ਹੁੰਦਾ ਵੀ ਸੀ, ਉਹਨੂੰ ਮੈਂ ਆਪਣੇ ਤੇ ਕਦੀ ਹਾਵੀ ਨਹੀਂ ਹੋਣ ਦਿੱਤਾ। ਮੈਂ ਹਮੇਸ਼ਾ ਆਪਣੀਆਂ ਬਲੈਸਿੰਗਸ ਕਾਊਂਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਮੇਰੇ ਕੋਲ ਕੀ ਕੀ ਹੈ, ਮੈਂ ਉਹ ਚੀਜ਼ ਵੱਲ ਕਿਉਂ ਧਿਆਨ ਦੇਵਾਂ ਜੋ ਇੱਕ ਚੀਜ਼ ਮੇਰੇ ਕੋਲ ਨਹੀਂ ਹੈ। ਜੋ ਮੇਰੇ ਕੋਲ 99 ਹੈ, ਮੈਂ ਉਹਦੇ ਵੱਲ ਫੋਕਸ ਕਰਾਂ। ਤੇ ਫਿਰ ਮੈਂ ਉਹ ਕਿਹੜੀਆਂ ਚੀਜ਼ਾਂ, ਮੈਂ ਉਹ ਵੀ ਜਾਣਨਾ ਚਾਹਾਂਗਾ। ਮੈਂ ਹੁਣ ਆਪਣੀ ਤਾਰੀਫ ਕਿੱਦਾਂ ਕਰਾਂ। ਲਾਈਕ ਆਪਣੀ ਫੈਮਿਲੀ ਮੇਰੀ ਇੰਨੀ ਸਪੋਰਟਿਵ ਆ, ਮੇਰੇ ਫਰੈਂਡਸ, ਮੇਰੇ ਟੀਚਰ ਸਭ ਮੇਰਾ ਇੰਨਾ ਸਾਥ ਦਿੰਦੇ ਆ। ਤੇ ਸਿਰਫ ਉਹ ਇੱਕ ਕਮੀ ਕਰਕੇ, ਜਾਂ ਅਗਰ 4-5 ਜਾਣੇ ਮੈਨੂੰ ਦੇਖ ਕੇ ਹੱਸਦੇ ਵੀ ਆ ਤੇ ਮੈਨੂੰ ਉਹ ਫਰਕ ਨਹੀਂ ਪੈਂਦਾ ਹੁੰਦਾ ਸੀਗਾ। ਮੈਂ ਸਿਰਫ ਉਹਨਾਂ ਤੇ ਧਿਆਨ ਦਿੰਦੀ ਸੀ ਜੋ ਮੈਨੂੰ ਪਿਆਰ ਕਰਦੇ ਆ ਜਾਂ ਜੋ ਮੈਨੂੰ ਉੱਦਾਂ ਹੀ ਦੇਖਦੇ ਆ ਜਿੱਦਾਂ ਸਾਰੇ ਆਪਣੇ ਪੇਰੈਂਟਸ ਬੱਚਿਆਂ ਨੂੰ ਦੇਖਦੇ ਆ ਜੀ। ਤੇ ਫਿਰ ਮੈਂ ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖ ਕੇ ਗੱਲਾਂ ਕਰਨੀਆਂ ਸ਼ੁਰੂ ਕੀਤੀਆਂ। ਮੈਂ ਆਪਣੇ ਆਪ ਨੂੰ ਆਪਣੀਆਂ ਨਜ਼ਰਾਂ ਨਾਲ ਦੇਖਣਾ ਸ਼ੁਰੂ ਕਰ ਦਿੱਤਾ, ਲੋਕਾਂ ਦੀਆਂ ਨਹੀਂ। ਕਿਉਂਕਿ ਉਹ ਚੀਜ਼ ਬਹੁਤ ਮੈਟਰ ਕਰਦੀ। ਜਦੋਂ ਤੁਸੀਂ ਖੁਦ ਨੂੰ ਆਪਣੀਆਂ ਨਜ਼ਰਾਂ ਨਾਲ ਦੇਖਦੇ ਹੋ, ਅਪਣਾਉਂਦੇ ਹੋ, ਫਿਰ ਲੋਕੀ ਕੀ ਕਹਿੰਦੇ ਆ, ਫਿਰ ਤੁਹਾਨੂੰ ਫਰਕ ਨਹੀਂ ਪੈਂਦਾ ਜੀ। ਕਾਲਜ ਲਾਈਫ ਦੀ ਤੁਸੀਂ ਦੋਸਤਾਂ ਦੀ ਗੱਲ ਕੀਤੀ, ਤੁਹਾਡੇ ਕੋਲੀਗ ਜਿਹੜੇ ਹੁਣ ਤੁਹਾਡੇ ਨਾਲ ਕੰਮ ਕਰਦੇ ਆ, ਉਹਨਾਂ ਦਾ ਤੁਹਾਡੇ ਪ੍ਰਤੀ ਰਵੱਈਆ ਜਾਣਨਾ ਚਾਹਾਂਗੇ। ਕੋਲੀਗਸ ਵੀ ਮੇਰੇ ਬਹੁਤ ਸਪੋਰਟਿਵ ਤੇ ਬਹੁਤ ਅੱਛੇ ਨੇ। ਉਹ ਮੈਨੂੰ ਹਮੇਸ਼ਾ ਮਤਲਬ ਗਾਈਡ ਕਰਦੇ ਨੇ ਚੰਗੀਆਂ ਗੱਲਾਂ। ਜਾਂ ਮੈਨੂੰ ਕੋਡ ਲਾਈਫ 'ਚ ਵੀ ਕੁਝ ਇੰਨੀ ਖਾਸ ਪ੍ਰੋਬਲਮ ਨਹੀਂ ਆਈ, ਕਿਉਂਕਿ ਮੇਰੀ ਇੱਥੇ ਤੱਕ ਪਹੁੰਚਣ ਤੋਂ ਪਹਿਲਾਂ ਵੀ ਮੇਰੇ ਕਾਫੀ ਇੰਟਰਵਿਊਜ਼ ਆਲਰੇਡੀ ਹੋ ਚੁੱਕੇ ਨੇ। ਤਾਂ ਇੰਟਰਵਿਊਜ਼ ਕਰਕੇ ਮੇਰੀ ਇੱਕ ਫੇਸ ਵੈਲਿਊ ਆਲਰੇਡੀ ਸਾਰਿਆਂ 'ਚ ਬਣੀ ਹੋਈ ਹੈ। ਤਾਂ ਸਾਰੇ ਹੀ ਮੈਨੂੰ ਆਪਣੀ ਇੰਸਪੀਰੇਸ਼ਨ ਮੰਨਦੇ ਆ। ਈਵਨ ਕਾਫੀ ਜੱਜ ਬਾਈ ਨੇਮ ਮੈਨੂੰ ਜਾਣਦੇ ਨੇ। ਅਤੇ ਉਹ ਬਹੁਤ ਜ਼ਿਆਦਾ ਮਾਣ ਵਾਲੀ ਗੱਲ ਹੁੰਦੀ ਆ ਜਦੋਂ ਮੈਨੂੰ ਕਿਸੇ ਜੱਜ ਨੇ ਬੁਲਾ ਕੇ ਕੁਝ ਪੁੱਛਣਾ ਜਾਂ ਦੱਸਣਾ। ਬਿਕਾਜ਼ ਨੋਰਮਲੀ ਉਹ ਇੱਦਾਂ ਉਹਨਾਂ ਦੀ ਡਿਊਟੀ ਇਹ ਹੁੰਦੀ, ਉਹਨਾਂ ਨੇ ਕਿਸੇ ਨਾਲ ਫਾਲਤੂ ਗੱਲ ਨਹੀਂ ਕਰਨੀ ਆ ਕੁਝ। ਬਟ ਜਦੋਂ ਮੈਨੂੰ ਕੋਈ ਕਹਿ ਦਿੰਦਾ ਆ ਕਿ ਮੈਮ ਤੁਹਾਡਾ ਨਾਮ ਕੀ ਆ, ਤੁਸੀਂ ਕਿੱਥੋਂ ਪੜ੍ਹੇ ਹੋ ਐਂਡ ਆਲ ਦ ਬੈਸਟ, ਉਹ ਚੀਜ਼ਾਂ ਮੈਨੂੰ ਬਹੁਤ ਅੱਛੀਆਂ ਲੱਗਦੀਆਂ ਨੇ ਜੀ। ਕੱਦ ਤੇ ਸਾਡੇ ਦਰਸ਼ਕਾਂ ਨੇ ਤੁਹਾਡਾ ਦੇਖਿਆ ਹੀ ਹੈ। ਅਸੀਂ ਗੁੱਸਾ ਨਾ ਕਰੋਗੇ ਤੇ ਉਮਰ ਵੀ ਜਾਣ ਸਕਦੇ ਹਾਂ ਤੁਹਾਡੀ? ਮੇਰੀ ਉਮਰ 24 ਸਾਲ।
ਕੀ ਬਾਤ ਹੈ। 24 ਸਾਲ ਦੇ ਵਿੱਚ ਤੁਸੀਂ ਇਹ ਮੁਕਾਮ ਹਾਸਿਲ ਕੀਤਾ ਹੈ ਔਰ ਮੈਨੂੰ ਲੱਗਦਾ ਹੈ ਕਿ ਜੱਜ ਬਣਨ ਦੀ ਤਿਆਰੀ ਵੀ ਬਹੁਤ ਛੇਤੀ ਕਰ ਰਹੇ ਹੋ ਤੁਸੀਂ। ਬਿਲਕੁਲ। ਪਰ ਵੀ ਅਕਸਰ ਅਸੀਂ ਨੋਟ ਕਰਦੇ ਹਾਂ ਕਿ ਨੌਜਵਾਨ ਪੀੜ੍ਹੀ 'ਚ ਖਾਸ ਤੌਰ ਦੇ ਉੱਤੇ ਨਾ ਆਤਮ ਵਿਸ਼ਵਾਸ ਦੀ ਬਹੁਤ ਵੱਡੀ ਕਮੀ ਆ ਜਾਂਦੀ ਕਈ ਵਾਰੀ, ਔਰ ਅਸੀਂ ਆਪਣੇ ਆਪ ਨੂੰ ਉਹ ਵਿਸ਼ਵਾਸ ਦੇ ਨਾਲ ਦੇਖ ਹੀ ਨਹੀਂ ਪਾਉਂਦੇ ਕਿ ਅਸੀਂ ਕੁਝ ਕਰ ਸਕਦੇ ਹਾਂ ਕਿ ਨਹੀਂ, ਕਿਉਂਕਿ ਸਾਡਾ ਆਲਾ ਦੁਆਲਾ, ਸਾਡਾ ਜਿਹੜਾ ਮਾਹੌਲ ਹੈ ਉਹ ਬਹੁਤ ਜ਼ਿਆਦਾ ਸਾਨੂੰ ਨਕਾਰਾਤਮਕ ਕਰ ਦਿੰਦਾ ਆ। ਤਾਂ ਤੁਹਾਡੇ ਲਈ ਜਿਹੜਾ ਆਤਮ ਵਿਸ਼ਵਾਸ ਹੈ ਉਹਦੀ ਡੈਫੀਨੇਸ਼ਨ, ਉਹਦੀ ਪਰਿਭਾਸ਼ਾ ਕੀ ਹੋ ਸਕਦੀ ਹੈ? ਐਕਸੈਪਟੈਂਸ। ਜਿੱਦਾਂ ਕਿ ਮੈਂ ਬਾਰ-ਬਾਰ ਇਹੀ ਗੱਲ ਕਹਿ ਰਹੀ ਹਾਂ ਕਿ ਖੁਦ ਨੂੰ ਅਗਰ ਆਪਾਂ ਪਿਆਰ ਕਰਦੇ ਹਾਂ, ਅਸੀਂ ਖੁਦ ਨੂੰ ਪਰਫੈਕਟ ਮੰਨਦੇ ਹਾਂ, ਤੇ ਸਾਨੂੰ ਫਿਰ ਕੋਈ ਕੁਝ ਕਹਿੰਦਾ ਆ, ਕਿਸੇ ਦੇ ਓਪੀਨੀਅਨਸ ਮੈਟਰ ਨਹੀਂ ਕਰਦੇ। ਮੈਂ ਦਰਸ਼ਕਾਂ ਨੂੰ ਵੀ ਇਹੀ ਇੱਕ ਮੈਸੇਜ ਦਊਂਗੀ ਕਿ ਆਪਣੀ ਮੌਤ ਤੋਂ ਪਹਿਲਾਂ ਨਾ ਮਰੋ, ਆਪਣੇ ਆਪ ਨੂੰ ਪ੍ਰੂਫ ਕਰੋ, ਆਪਣੀ ਜ਼ਿੰਦਗੀ ਨਾਲ ਲੜੋ, ਕਿਉਂਕਿ ਉਹ ਇੱਕ ਮੌਤ ਜਿਹੜੀ ਕੁਦਰਤ ਨੇ ਦੇਣੀ ਆ ਉਹ ਅਲੱਗ ਚੀਜ਼ ਆ। ਜੇ ਅਸੀਂ ਪਹਿਲਾਂ ਹੀ ਹਾਰ ਮੰਨ ਕੇ ਬੈਠ ਜਾਾਂਗੇ, ਉਹ ਤੁਹਾਡੀ ਪਹਿਲਾਂ ਹੀ ਮੌਤ ਹੋ ਜਾਣੀ। ਆਪਣੀ ਜ਼ਿੰਦਗੀ ਨੂੰ ਜੀ ਕੇ ਆਪਣੇ ਆਪ ਨੂੰ ਪ੍ਰੂਫ ਕਰੋ। ਤੁਹਾਡਾ ਹੁਣ ਤੱਕ ਦਾ ਸਫ਼ਰ ਜਿਹੜਾ ਹੈ ਬਹੁਤ ਵਧੀਆ ਰਿਹਾ ਔਰ ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਯਾਦਾਂ ਜਿਹੜੀਆਂ ਇਸ ਸਫ਼ਰ ਦੇ ਨਾਲ ਜੁੜੀਆਂ ਹੈ, ਤੇ ਅੱਜ ਅਸੀਂ ਤੇ ਸਾਡੇ ਦਰਸ਼ਕ ਵੀ ਜਾਣਨਾ ਚਾਹਣਗੇ ਤੁਹਾਡੀ ਜ਼ਿੰਦਗੀ ਦੀ ਇੱਕ ਕੋਈ ਖੱਟੀ ਯਾਦ ਤੇ ਇੱਕ ਕੋਈ ਮਿੱਠੀ ਯਾਦ ਜਿਹੜੀ ਤੁਸੀਂ ਸਾਡੇ ਨਾਲ ਸਾਂਝੀ ਕਰਨੀ ਚਾਹੁੰਦੇ। ਤੁਸੀਂ ਗੱਲ ਸਮਝਦੇ ਹੋ ਨਾ, ਖੱਟੀ ਤੇ ਮਿੱਠੀ, ਸਮਝਦੇ ਹੋ ਗੱਲ? ਜੀ ਪਹਿਲਾਂ ਮੈਂ ਮਿੱਠੀ ਯਾਦ ਦੱਸਦੀ ਹਾਂ ਤੁਹਾਨੂੰ ਜੀ। ਕਾਲਜ ਟਾਈਮ ਹੀ ਸੀ ਉਹ, ਜਦੋਂ ਮੇਰੀ ਕੋਰਟ ਵਿਜ਼ਿਟ ਸਟਾਰਟ ਹੋਈ ਸੀਗੀ, ਤੇ ਮੈਂ ਆਪਣੇ ਫਰੈਂਡਸ ਨਾਲ ਖੜੀ ਸੀ, ਅਸੀਂ ਆਪਣੇ ਸਰ ਦਾ ਵੇਟ ਕਰ ਰਹੇ ਸੀਗੇ, ਤੇ ਇੱਕ ਅੰਕਲ ਸੀਗੇ, ਤੇ ਆਈ ਥਿੰਕ ਉਹਨਾਂ ਦੀ ਹਾਈਟ ਕਾਫੀ ਸੀ, 6 ਫੁੱਟ ਤੋਂ ਜ਼ਿਆਦਾ ਹੀ ਹੋਣੀ ਆ, ਤੇ ਉਹ ਦੂਰ ਖੜੇ ਹੋ ਕੇ ਨਾ ਮੈਨੂੰ ਦੇਖੀ ਜਾ ਰਹੇ ਸੀ। ਐਂਡ ਮੇਰੇ ਦਿਲ 'ਚ ਇਹ ਚੱਲ ਰਿਹਾ ਸੀ ਕਿ ਬਸ ਹੁਣੇ ਇਹਨਾਂ ਨੇ ਮੇਰੇ ਕੋਲ ਆ ਕੇ ਮੇਰੀ ਏਜ ਪੁੱਛਣੀ ਆ, ਤੇ ਮੇਰੇ ਫਰੈਂਡਸ ਮੇਰੇ ਕੋਲ ਖੜੇ ਆ, ਮੇਰੀ ਬੇਇੱਜ਼ਤੀ ਹੋ ਜਾਣੀ ਆ। ਮੇਰਾ ਫਸਟ ਡੇ ਸੀ ਉਦੋਂ, ਐਂਡ ਮੈਂ ਬਹੁਤ ਜ਼ਿਆਦਾ ਨਰਵਸ ਸੀਗੀ ਕਿ ਅੰਕਲ ਮੈਨੂੰ ਦੇਖੀ ਜਾ ਰਿਹਾ। ਐਂਡ ਨਾਲ ਹੀ ਉਸੇ ਟਾਈਮ ਹੀ ਅੰਕਲ ਉੱਠ ਕੇ ਮੇਰੇ ਕੋਲ ਆ ਗਏ, ਤੇ ਮੈਂ ਘਬਰਾ ਗਈ, ਬਟ ਅੰਕਲ ਨੇ ਬੜੇ ਹੀ ਪਿਆਰ ਨਾਲ ਮੇਰੇ ਸਿਰ ਤੇ ਹੱਥ ਰੱਖਿਆ ਤੇ ਮੈਨੂੰ ਇੰਨੀਆਂ ਬਲੇਸਿੰਗਸ ਦਿੱਤੀਆਂ। ਅੰਕਲ ਕਹਿੰਦੇ, ਬੇਟਾ ਤੈਨੂੰ ਦੇਖ ਕੇ ਰੂਹ ਖੁਸ਼ ਹੋ ਗਈ ਮੇਰੀ, ਤੇ ਤੂੰ ਇਹ ਸੋਚਣਾ ਆ ਕਿ ਦੁਨੀਆ ਟਿਚ ਨਹੀਂ ਹੈਗੀ ਤੇਰੇ ਸਾਹਮਣੇ, ਤੂੰ ਆਪਣੇ ਆਪ ਨੂੰ ਪ੍ਰੂਫ ਕਰਨਾ ਆ, ਤੇ ਤੂੰ ਸਾਨੂੰ ਮਾਣ ਕਰਾਣ। ਤੇਰੇ ਘਰ ਦੇ ਤਾਂ ਤੈਨੂੰ ਦੇਖਦੇ ਅੱਜ ਮੈਨੂੰ ਵੀ ਤੇਰੇ ਤੋਂ ਉਮੀਦਾਂ ਨੇ। ਤੇ ਉਹ ਗੱਲਾਂ ਤੇ ਉਹ ਅੰਕਲ ਮੈਨੂੰ ਕਦੇ ਨਹੀਂ ਭੁੱਲਦੇ ਹੈਗੇ। ਕੀ ਬਾਤ ਹੈ ਜੀ। ਤੁਹਾਡੀ ਹੀ ਗੱਲ, ਇੱਕ ਇਹ ਤਾਂ ਸੀਗੀ ਮਿੱਠੀ ਯਾਦ, ਹੁਣ ਕੋਈ ਖੱਟੀ ਯਾਦ? ਨਾ ਭੁੱਲਣ ਵਾਲੀ ਇੱਕ ਵਾਰ ਮੈਂ ਆਪਣੀ ਫੈਮਿਲੀ ਨਾਲ, ਆਪਣੇ ਫਰੈਂਡਸ ਮੇਰੀਆਂ ਹੋਸਟਲ 'ਚ ਰਹਿੰਦੀਆਂ ਸੀ, ਤੇ ਮੈਂ ਉਹਨਾਂ ਨੂੰ ਖਾਣਾ ਦੇਣ ਜਾਣਾ ਸੀਗਾ, ਤੇ ਪਾਪਾ ਮੰਮਾ ਬਾਹਰ ਗੱਡੀ 'ਚ ਬੈਠੇ ਸੀਗੇ, ਤੇ ਜਦੋਂ ਤੱਕ ਮੈਂ ਵਾਪਸ ਆਈ ਤਾਂ ਬਹੁਤ ਛੋਟੇ ਬੱਚੇ ਨਾ ਗੱਲਾਂ ਕਰ ਰਹੇ ਸੀ ਮੇਰੇ ਵੱਲ ਇਸ਼ਾਰੇ ਕਰਕੇ ਕਿ ਕੁੜੀ ਇੱਦਾਂ, ਮਤਲਬ ਗਲਤ ਬੋਲ ਰਹੇ ਸੀ ਜਾਂ ਕੁਝ ਵੀ, ਹੈ ਨਾ। ਤੇ ਉਹ ਗੱਲਾਂ ਕਿਤੇ ਪਾਪਾ ਮੰਮਾ ਨੇ ਸੁਣ ਲਈਆਂ, ਐਂਡ ਉਹ ਚੀਜ਼ਾਂ ਮੈਂ ਵੀ ਦੂਰੋਂ ਦੇਖੀਆਂ। ਮੈਂ ਉੱਥੇ ਹੀ ਰੁਕ ਗਈ, ਮੈਂ ਸੁਣ ਰਹੀ ਸੀ ਉਹ ਸਾਰਾ ਕੁਝ, ਐਂਡ ਮੰਮਾ ਪਾਪਾ ਦੇ ਫੇਸ ਤੇ ਉਹ ਐਕਸਪ੍ਰੈਸ਼ਨਸ ਵੀ ਮੈਂ ਦੂਰੋਂ ਦੇਖ ਰਹੀ ਸੀ। ਮੈਨੂੰ ਸੀ ਕਿ ਮੈਂ ਜੇ ਹੁਣ ਉਹਨਾਂ ਦੇ ਸਾਹਮਣੇ ਜਾਊਂਗੀ, ਉਹਨਾਂ ਦੀ ਵੀ ਉਹ ਫੀਲਿੰਗਸ ਜਾਂ ਕੁਝ, ਜਾਂ ਮੈਂ ਨਾ ਰੋਵਾਂ ਜਾਂ ਉਹ ਕੁਝ ਵੀ। ਤੇ ਫਿਰ ਜਦੋਂ ਮੈਂ ਆ ਕੇ ਗੱਡੀ 'ਚ ਬੈਠੀ, ਮੈਂ ਪੁੱਛਿਆ ਵੀ ਪਾਪਾ ਨੂੰ ਕੀ ਹੋਇਆ, ਕਹਿੰਦੇ ਕੁਝ ਨਹੀਂ, ਬਸ ਉਹਦੇ ਕੁਝ ਪੁੱਛ ਰਹੇ ਸੀ ਉਹ। ਤੇ ਕਾਫੀ ਗੱਲਾਂ ਇੱਦਾਂ ਦੀਆਂ ਛੋਟੀਆਂ ਯਾਦਾਂ ਆ ਜੋ ਮੇਰੀ ਲਾਈਫ 'ਚੋਂ, ਮਤਲਬ ਮੇਰੇ ਦਿਮਾਗ 'ਚੋਂ ਨਹੀਂ ਨਿਕਲਦੀਆਂ ਹਜੇ ਤੱਕ ਵੀ। ਕਹਿਣ ਦਾ ਮਤਲਬ ਇਹ ਹੈ ਕਿ ਸਾਨੂੰ ਕਿਸੇ ਨੂੰ ਦੇਖ ਕੇ ਜੱਜ ਨਹੀਂ ਕਰਨਾ ਚਾਹੀਦਾ, ਉਹਦੀ ਕਾਬਲੀਅਤ, ਉਹਦੇ ਹੁਨਰ ਨੂੰ ਵੀ ਦੇਖਣਾ ਚਾਹੀਦਾ ਕਿ ਉਹਦੇ ਵਿੱਚ ਕੀ ਹੈ। ਕਿਉਂਕਿ ਕਈ ਵਾਰ ਕੀ ਹੁੰਦਾ ਹੈ, ਤੁਸੀਂ ਤੇ ਉਸ ਚੀਜ਼ ਨੂੰ ਪੋਜ਼ਿਟਿਵਲੀ ਲਿਆ, ਆਪਣੀ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਦਿਖਾਇਆ, ਤੇ ਕਈ ਇਹੋ ਜਿਹੇ ਲੋਕ ਹੁੰਦੇ ਆ ਜੋ ਉਸ ਚੀਜ਼ ਨੂੰ ਲੈ ਕੇ ਆਪਣੇ ਆਪ ਨੂੰ ਖਤਮ ਕਰ ਦਿੰਦੇ ਆ, ਆਪਣੀ ਜ਼ਿੰਦਗੀ ਨੂੰ ਖਤਮ ਕਰ ਦਿੰਦੇ ਆ। ਤੇ ਸਾਨੂੰ ਕਿਸੇ ਦੇ ਬਾਰੇ ਜੇ ਅਸੀਂ ਕੁਝ ਕਹਿਣਾ ਹੈ ਤਾਂ ਪਹਿਲਾਂ ਸੋਚੋ ਕਿ ਉਹਦੇ ਬਾਰੇ ਅਸੀਂ ਕੀ ਕਹਿ ਰਹੇ ਹਾਂ, ਕਿਸੇ ਨੂੰ ਗਲਤ ਮਾੜੇ ਸ਼ਬਦ ਨਾ ਬੋਲੋ। ਬਿਲਕੁਲ, ਖਾਮੀਆਂ ਹਰ ਕਿਸੇ ਦੇ ਵਿੱਚ ਨਹੀਂ, ਇਹ ਤਾਂ ਆਪਣੇ ਤੇ ਡਿਪੈਂਡ ਕਰਦਾ ਅਸੀਂ ਆਪਣੀਆਂ ਖਾਮੀਆਂ ਨੂੰ ਅਪਣਾ ਕੇ ਕੁਝ ਕਰਨਾ ਆ ਜਾਂ ਆਪਾਂ ਆਪਣੇ ਡਰ ਨੂੰ ਵੱਡਾ ਕਰਨਾ ਆ। ਜੀ। ਤੇ ਮੈਂ ਇਹੀ ਕਹੂੰਗੀ ਸਾਰਿਆਂ ਨੂੰ ਕਿ ਆਪਣੇ ਡਰ ਨਾਲ ਲੜੋ, ਆਪਣੇ ਡਰ ਨੂੰ ਫੇਸ ਕਰੋ, ਕਿਉਂਕਿ ਜਿੰਨੀ ਦੇਰ ਤੱਕ ਅਸੀਂ ਉਹ ਡਰ ਆਪਣੇ ਦਿਲ ਚੋਂ ਨਹੀਂ ਕੱਢ ਦਿੰਦੇ ਨਾ, ਤੇ ਆਪਾਂ ਆਪਣੀ ਲਾਈਫ ਨਾਲ ਪੋਜ਼ਿਟਿਵ ਨਹੀਂ ਹੋ ਸਕਦੇ। ਜੀ। ਮਜਬੂਰੀਆਂ ਪਰਮਵੀਰ ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਹੁੰਦੀਆਂ ਨੇ, ਜਾਂ ਤਾਂ ਅਸੀਂ ਮਜਬੂਰੀ ਨੂੰ ਖਤਮ ਕਰਦੇ ਹਾਂ ਜਾਂ ਮਜਬੂਰੀ ਸਾਨੂੰ ਖਤਮ ਕਰਦੀ ਹੈ। ਦੋਵਾਂ ਦੇ ਵਿੱਚੋਂ ਇੱਕ ਚੀਜ਼ ਨੇ ਤਾਂ ਖਤਮ ਹੋਣਾ ਹੀ ਹੁੰਦਾ ਹੈ। ਬਿਲਕੁਲ। ਅਸੀਂ ਹੀ ਤੈਅ ਕਰਦੇ ਹਾਂ ਕਿ ਮਜਬੂਰੀ ਨੇ ਖਤਮ ਹੋਣਾ ਹੈ ਜਾਂ ਅਸੀਂ ਖਤਮ ਹੋਣਾ ਹੈ। ਤੁਹਾਡੀਆਂ ਗੱਲਾਂ ਤੋਂ ਮੈਨੂੰ ਆਹ ਮੈਸੇਜ, ਸੰਦੇਸ਼ ਜ਼ਰੂਰ ਮਿਲਿਆ, ਪਰ ਮੈਂ ਇੱਕ ਚੀਜ਼ ਜਾਣਨਾ ਚਾਹੁੰਦਾ ਕਿ ਜ਼ਿੰਦਗੀ ਦੇ ਵਿੱਚ ਚੱਲਦਿਆਂ ਹੋਇਆਂ ਕਿਹੜਾ ਰਸਤਾ ਅਪਣਾਉਣਾ ਜਿਹੜਾ ਸਾਨੂੰ ਸਾਡੇ ਟੀਚੇ ਵੱਲ ਲੈ ਕੇ ਜਾਏਗਾ, ਉਸ ਰਸਤੇ ਦੀ ਪਹਿਚਾਣ ਕਿਵੇਂ ਕੀਤੀ ਜਾ ਸਕਦੀ ਹੈ? ਉਸ ਰਸਤੇ ਦੀ ਪਹਿਚਾਣ ਪਹਿਲਾਂ ਤਾਂ ਤੁਸੀਂ ਆਪਣੀ ਲਾਈਫ ਦਾ ਇੱਕ ਗੋਲ ਸੈੱਟ ਕਰਨਾ ਹੈ, ਫਿਰ ਤੁਸੀਂ ਉਸ ਗੋਲ ਨੂੰ ਅਚੀਵ ਕਰਨ ਲਈ ਜੋ ਹਾਰਡ ਵਰਕ ਕਰਨਾ ਹੈ। ਸੈਕੰਡਲੀ, ਤੁਸੀਂ ਜੋ ਤੁਹਾਡੇ ਦਿਲ ਦੇ ਵਿੱਚ ਆ, ਆਪਣੀ ਖੁਸ਼ੀ ਲਈ ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਕਰਨਾ ਆ। ਤੁਸੀਂ ਇਹ ਨਹੀਂ ਸੋਚਣਾ ਕਿ ਲੋਕੀ ਕੀ ਕਹਿ ਰਹੇ ਨੇ। ਲੋਕਾਂ ਦੇ ਓਪੀਨੀਅਨਸ ਬਿਲਕੁਲ ਮੈਟਰ ਨਹੀਂ ਕਰਦੇ ਜਦੋਂ ਤੁਸੀਂ ਆਪਣੇ ਇੱਕ ਰਾਹ ਵੱਲ ਤੁਰਦੇ ਹੋ, ਬਿਕਾਜ਼ ਤੁਹਾਡੀ ਲਾਈਫ ਦਾ ਮਤਲਬ ਸਿਰਫ ਤੁਹਾਡੇ ਤੱਕ ਆ। ਲੋਕਾਂ ਨੇ
4 ਦਿਨ ਹੱਸ ਲੈਣਾ, 5 ਦਿਨ ਹੱਸ ਲੈਣਾ, ਬਟ ਜਦੋਂ ਤੁਸੀਂ ਕਿਸੇ ਮੁਕਾਮ ਤੇ ਪਹੁੰਚ ਜਾਣਾ ਨਾ, ਫਿਰ ਬਾਅਦ ਚ ਮੁਬਾਰਕਾਂ ਵੀ ਉਹੀ ਇਨਸਾਨ ਦੇਣਗੇ ਤੁਹਾਨੂੰ ਜਿਹੜੇ ਅੱਜ ਹੱਸ ਰਹੇ ਆ। ਤੇ ਆਪਣੇ ਆਪ ਨੂੰ ਜਿੰਨਾ ਅਪਣਾਓਗੇ, ਖੁਸ਼ ਰਹੋਗੇ ਆਪਣੇ ਆਪ ਤੋਂ, ਆਪਣੇ ਗੋਲ ਤੇ ਫੋਕਸ ਕਰਕੇ, ਤੁਸੀਂ ਜਿੱਦਣ ਉੱਥੇ ਪਹੁੰਚ ਗਏ ਫਿਰ ਤੁਹਾਨੂੰ ਪਤਾ ਲੱਗੇਗਾ ਕਿ ਜਿਹੜੀਆਂ ਚੀਜ਼ਾਂ ਦੀ ਮੈਂ ਕਦੇ ਟੈਨਸ਼ਨ ਲਈ ਸੀ ਉਹ ਤਾਂ ਕੁਝ ਵੀ ਨਹੀਂ ਆ। ਇਹ ਤੁਹਾਡੇ ਜਵਾਬ ਚੋਂ ਇੱਕ ਹੋਰ ਸਵਾਲ ਆਉਂਦਾ ਹੈ, ਜਿੱਦਾਂ ਤੁਸੀਂ ਕਿਹਾ ਕਿ ਜਿਹੜੇ ਲੋਕ ਕਦੇ ਤੁਹਾਨੂੰ ਗਾਲਾਂ ਕੱਢਦੇ ਆ ਤੇ ਉਹ ਕੋਈ ਟਾਈਮ ਆਉਂਦਾ ਹੈ ਕਿ ਤੁਹਾਡੇ ਨਾਲ ਸੈਲਫੀ ਲੈਣ ਨੂੰ ਵੀ ਤਰਸਦੇ ਆ, ਬਿਲਕੁਲ। ਇਹੋ ਜਿਹੇ ਲੋਕ ਵੀ ਹੈ ਤੁਹਾਡੀ ਜ਼ਿੰਦਗੀ 'ਚ? ਬਹੁਤ ਜ਼ਿਆਦਾ। ਮੈਂ ਗੱਲ ਕਰਨਾ ਚਾਹੂੰਗੀ ਸੋਸ਼ਲ ਮੀਡੀਆ ਦੀ। ਸੋਸ਼ਲ ਮੀਡੀਆ ਨੇ ਮੈਨੂੰ ਇੱਕ ਵੱਖਰੀ ਪਹਿਚਾਣ ਦਿੱਤੀ ਆ। ਮੈਂ ਆਪਣੇ ਆਪ ਨੂੰ ਐਕਸਪ੍ਰੈਸ ਕਰਨਾ ਉੱਥੇ ਸ਼ੁਰੂ ਕੀਤਾ, ਕਿਉਂਕਿ ਪਹਿਲਾਂ ਮੈਂ ਬਹੁਤ ਸ਼ਾਏ ਸੀਗੀ, ਮੈਂ ਨਾਰਮਲ ਇੱਦਾਂ ਕਿਸੇ ਨਾਲ ਗੱਲ ਨਹੀਂ ਕਰ ਪਾਉਂਦੀ ਸੀਗੀ। ਤੇ ਇੱਕ ਤਾਂ ਲਾਅ ਨੇ ਹੀ ਮੈਨੂੰ ਕੌਨਫੀਡੈਂਸ ਵੀ ਦਿੱਤਾ ਆ, ਬਟ ਲਾਅ ਤੋਂ ਪਹਿਲਾਂ ਸੋਸ਼ਲ ਮੀਡੀਆ ਨੇ ਮੈਨੂੰ ਕੌਨਫੀਡੈਂਸ ਜ਼ਿਆਦਾ ਦਿੱਤਾ। ਮੈਂ ਆਪਣੀ ਲਾਈਫ ਨੂੰ ਖੁੱਲ੍ਹ ਕੇ ਜੀਂਦੀ ਹਾਂ, ਫਰੈਂਡਸ ਨਾਲ ਘੁੰਮਣਾ ਜਾਂ ਖਾਣਾ ਪੀਣਾ ਜਾਂ ਕੁਛ ਹੈ ਨਾ, ਤੇ ਉਹੀ ਸੋਸ਼ਲ ਮੀਡੀਆ ਤੇ ਆਪਾਂ ਜਿੱਦਾਂ ਨਾਲੋਂ ਨਾਲ ਅਪਲੋਡ ਕਰਦੇ ਹਾਂ, ਉਹੀ ਮੇਰੀ ਲਾਈਫ ਨੂੰ ਦੇਖ ਕੇ ਬਹੁਤ ਜਾਣੇ ਇੰਸਪਾਇਰ ਹੁੰਦੇ ਆ ਕਿ ਤੂੰ ਆਪਣੀ ਲਾਈਫ 'ਚ ਇੰਨੀ ਖੁਸ਼ ਆ, ਤੈਨੂੰ ਦੇਖ ਕੇ ਲੱਗਦਾ ਆ ਕਿ ਲਾਈਫ ਨੂੰ ਜੀਣਾ ਚਾਹੀਦਾ ਆ। ਐਂਡ ਸਾਡੀ ਲਾਈਫ ਦੀਆਂ ਕਿੰਨੀਆਂ ਪ੍ਰੋਬਲਮਸ ਤੈਨੂੰ ਦੇਖ ਕੇ ਖਤਮ ਹੋ ਜਾਂਦੀਆਂ ਨੇ ਕਿ ਜੇ ਤੂੰ ਆਪਣੀ ਲਾਈਫ 'ਚ ਇੰਨੀ ਜ਼ਿਆਦਾ ਪੋਜ਼ਿਟਿਵ ਆ ਤੇ ਅਸੀਂ ਕਿਉਂ ਨਹੀਂ। ਤੇ ਸੋਸ਼ਲ ਮੀਡੀਆ ਤੇ ਮੇਰੇ ਫੋਲੋਅਰਸ ਐਂਡ ਸਾਰੇ ਬਹੁਤ ਜ਼ਿਆਦਾ ਸਪੋਰਟ ਕਰਦੇ ਆ ਤੇ ਮੈਨੂੰ ਬਹੁਤ ਪਿਆਰ ਐਂਡ ਮੈਨੂੰ ਮੈਸੇजेस ਵੀ, ਮਤਲਬ ਇਹ ਆ ਕਿ ਇੱਕ ਟਾਈਮ ਤੇ ਜੋ ਪਹਿਲਾਂ ਮੈਨੂੰ ਦੇਖ ਕੇ ਹੱਸਦੇ ਸੀ ਤੇ ਅੱਜ ਉਹ ਆਪਣੀ ਜ਼ਿੰਦਗੀ ਦੀਆਂ ਸਲਾਹਾਂ ਮੇਰੇ ਤੋਂ ਲੈਂਦੇ ਨੇ। ਕੀ ਬਾਤ ਹੈ। ਜਿਹਦਾ ਪਹਿਲਾਂ ਮਜ਼ਾਕ ਉਡਾਇਆ ਜਾਂਦਾ ਸੀ, ਅੱਜ ਉਹਨੂੰ ਆਪਣੀ ਕਹਾਣੀ ਦੱਸ ਕੇ ਉਹ ਤੋਂ ਪੁੱਛਿਆ ਜਾਂਦਾ ਹੈ ਕਿ ਅਸੀਂ ਅੱਗੇ ਕੀ ਕਰੀਏ, ਉਹਨੂੰ ਆਪਣੀ ਇਨਸਪੀਰੇਸ਼ਨ ਮੰਨਦੇ ਆ ਸਾਰੇ। ਇਹ ਗੱਲ ਸੁਣ ਕੇ ਨਾ ਦਿਲ ਨੂੰ ਲੱਗੀ ਇਹ ਗੱਲ, ਜਿਹੜੇ ਕਹਿੰਦੇ ਹੁੰਦੇ ਨਾ ਰੌਂਗਟੇ ਖੜੇ ਹੋ ਗਏ, ਉਹ ਗੱਲ ਤੁਸੀਂ ਕੀਤੀ ਹੈ ਕਿ ਅੱਜ ਉਹ ਲੋਕ ਤੁਹਾਡੇ ਤੋਂ ਸਲਾਹਾਂ ਲੈਂਦੇ ਆ। ਬਹੁਤ ਅੱਛੀ ਗੱਲ। ਜਿਹੜੇ ਮਜ਼ਾਕ ਕਰਦੇ ਸੀ ਉਹ ਅੱਜ ਮਜ਼ਾਕ ਬਣ ਗਏ ਜੀ। ਬਿਲਕੁਲ। ਇੱਕ ਸਮਾਂ ਆਇਆ ਜਦੋਂ ਪੜ੍ਹਾਈ ਦੀ ਜਿਹੜੀ ਅਹਿਮੀਅਤ ਹੈ ਉਹ ਸਮਝ ਆਈ। ਅੱਜ ਵੀ ਬਹੁਤ ਸਾਰੀਆਂ ਕੁੜੀਆਂ ਨੂੰ ਸਿਰਫ ਇਸ ਲਈ ਪੜ੍ਹਾਇਆ ਜਾਂਦਾ ਹੈ ਕਿ ਰਿਸ਼ਤਾ ਕਰਨ ਲੱਗਿਆ ਬੋਲ ਦਈਏ ਕਿ ਕੁੜੀ ਨੇ ਇਹ ਵਾਲੀ ਡਿਗਰੀ ਕੀਤੀ ਹੋਈ ਹੈ। ਕਿ ਡਿਗਰੀ ਲੈਣ ਦੇ ਲਈ ਜਾਂ ਰਿਸ਼ਤਾ ਲੈਣ ਦੇ ਲਈ ਡਿਗਰੀ ਜ਼ਰੂਰੀ ਹੈ, ਜਾਂ ਕੁੜੀਆਂ ਦੇ ਲਈ ਪੜ੍ਹਾਈ ਦੀ ਕੀ ਅਹਿਮੀਅਤ ਹੋ ਸਕਦੀ ਹੈ? ਮੈਂ ਤੁਹਾਡੇ ਸ਼ਬਦਾਂ ਤੋਂ ਜ਼ਰੂਰ ਇੱਕ ਵਾਰੀ ਸੁਣਨਾ ਚਾਹੁੰਦਾ। ਗੱਲ ਤੁਸੀਂ ਬਿਲਕੁਲ ਸਹੀ ਕਹੀ ਆ ਕਿ ਅੱਜ ਕੱਲ੍ਹ ਕੁੜੀਆਂ ਨੂੰ ਪੜ੍ਹਾਇਆ ਹੀ ਸਿਰਫ ਇਸ ਲਈ ਜਾਂਦਾ ਆ ਕਿ ਇਹ ਕਹਿ ਦਿੱਤਾ ਜਾਵੇ ਕਿ ਕੁੜੀ ਇੰਨਾ ਪੜ੍ਹੀ ਹੋਈ ਆ, ਬਟ ਐਜੂਕੇਸ਼ਨ ਦੀ ਜੋ ਅਸਲ ਨੀਡ ਆ ਕੁੜੀਆਂ ਨੂੰ, ਉਹ ਇਸ ਲਈ ਆ ਕਿ ਉਹ ਆਪਣੇ ਹੱਕ ਲਈ ਲੜ ਸਕਣ, ਉਹਨਾਂ ਨੂੰ ਪਤਾ ਹੋਵੇ ਉਹਨਾਂ ਲਈ ਸਹੀ ਗਲਤ ਕੀ ਆ ਤੇ ਕਿੱਥੇ ਉਹਨਾਂ ਨੂੰ ਆਪਣੇ ਹੱਕ ਲਈ ਸਟੈਂਡ ਲਈ ਖੜਨਾ ਚਾਹੀਦਾ ਆ। ਹੁਣ ਅਗਰ ਅੱਜ ਮੈਂ ਐਜੂਕੇਟਡ ਆ, ਮੈਨੂੰ ਕੋਈ ਕੁਝ ਕਹਿੰਦਾ ਵੀ ਆ ਤੇ ਮੈਂ ਉਹਨੂੰ ਕਹਿ ਸਕਦੀ ਆ ਕਿ ਤੂੰ ਮੈਨੂੰ ਕਿਉਂ ਬੋਲ ਰਿਹਾ ਆ, ਮੈਂ ਆਪਣਾ ਸਟੈਂਡ ਰੱਖ ਸਕਦੀ ਆ। ਤੇ ਅੱਜ ਕੱਲ੍ਹ ਇੰਨਾ ਕੁਝ ਗਲਤ ਹੋ ਰਿਹਾ ਕੁੜੀਆਂ ਨਾਲ। ਐਜੂਕੇਸ਼ਨ, ਲੈਕ ਆਫ ਐਜੂਕੇਸ਼ਨ ਵੀ ਉੱਥੇ ਗੱਲ ਆਉਂਦੀ ਆ ਕਿ ਕੁੜੀਆਂ ਆਪਣਾ ਸਟੈਂਡ ਨਹੀਂ ਲੈ ਪਾਉਂਦੀਆਂ, ਜੇ ਲੈਂਦੀਆਂ ਵੀ ਆ ਤੇ ਉਹਨਾਂ ਦੀ ਆਵਾਜ਼ ਦਬਾ ਦਿੱਤੀ ਜਾਂਦੀ ਆ। ਤੇ ਜੇ ਕੁੜੀਆਂ ਨੂੰ ਇੰਨੀ ਨੌਲੇਜ ਹੋਵੇ ਕਿ ਉਹਨਾਂ ਦੇ ਕੀ ਰਾਈਟਸ ਨੇ ਜਾਂ ਕੁਛ ਆ, ਤੇ ਉਹ ਆਪਣਾ ਸਟੈਂਡ ਬਿਲਕੁਲ ਲੈ ਸਕਦੀਆਂ ਨੇ ਤੇ ਉਹਨਾਂ ਨੂੰ ਫਿਰ ਕੋਈ ਕੁਝ ਕਵੇ ਤਾਂ ਉਹਨਾਂ ਨੂੰ ਮੈਟਰ ਨਹੀਂ ਆ। ਉਹਨਾਂ ਨੂੰ ਪਤਾ ਕਿ ਜੇ ਮੈਂ ਇਸ ਚੀਜ਼ ਲਈ ਸਟੈਂਡ ਲਿਆ ਤੇ ਮੈਂ ਕਰਕੇ ਦਿਖਾਉਣਾ ਆ। ਬਟ ਸਿਰਫ ਉਹ ਵਿਆਹ ਲਈ ਡਿਗਰੀ ਜਿਹੜੀ ਹੁੰਦੀ ਆ, ਉੱਥੇ ਕੁੜੀਆਂ ਫਿਰ ਕੀ ਕਰ ਸਕਣ। ਜੀ, ਤੁਹਾਡੇ ਸ਼ੌਂਕ ਦੀ ਗੱਲ ਕਰਾਂਗੇ। ਸ਼ੌਂਕ ਮੇਰੇ ਕੁਝ ਖਾਸ ਨਹੀਂ ਆ, ਕਿਉਂਕਿ ਲਾਈਫ ਮਤਲਬ ਹੁਣ ਇਹ ਸੀ ਕਿ ਬਸ ਆਪਣੇ ਆਪ ਤੇ ਫੋਕਸ ਕਰਕੇ ਆਪਣੇ ਆਪ ਨੂੰ ਇੱਕ ਜਗ੍ਹਾ ਤੇ ਪਹੁੰਚਾਉਣਾ ਆ, ਤੇ ਬਸ ਮਿਊਜ਼ਿਕ ਵਗੈਰਾ ਤੇ ਡਾਂਸ ਜਾਂ ਭੰਗੜੇ ਦਾ ਬਹੁਤ ਸ਼ੌਂਕ ਆ ਮੈਨੂੰ। ਭੰਗੜੇ ਨਾਲ ਵੀ ਇੱਕ ਇਨਸੀਡੈਂਟ ਜੁੜਿਆ ਹੋਇਆ ਨਾ ਤੁਹਾਡੀ ਲਾਈਫ 'ਚ? ਹਾਂਜੀ, ਉਹ ਵੀ ਮੈਂ ਕਿਤੇ ਸੁਣਿਆ। ਹਾਂਜੀ, ਉਹ ਮੈਂ ਇਸ ਲਈ ਡਿਸਕਸ ਨਹੀਂ ਕੀਤਾ ਕਿਉਂਕਿ ਆਲਰੇਡੀ ਉਹ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ, ਬਟ ਹਾਂ ਜ਼ਰੂਰ ਮੈਂ ਦੱਸੂਗੀ। ਭੰਗੜੇ ਦਾ ਇਦਾਂ ਕਿ ਮੈਨੂੰ ਡਾਂਸ ਭੰਗੜੇ ਦਾ ਬਹੁਤ ਸ਼ੌਂਕ ਹੈ, ਤੇ ਸਕੂਲ ਟਾਈਮ ਦੇ ਵਿੱਚ ਇਹ ਇਨਸੀਡੈਂਟ ਹੋਇਆ ਸੀ ਮੇਰੇ ਨਾਲ। ਆਡੀਸ਼ਨ ਸੀਗੇ ਐਨੂਅਲ ਫੰਕਸ਼ਨ ਤੇ ਮੈਂ ਸੋਚਿਆ ਕਿ ਆਈ ਸ਼ੁੱਡ ਟਰਾਈ, ਮੈਨੂੰ ਵੀ ਇੱਕ ਮੌਕਾ ਆਪਣੇ ਆਪ ਨੂੰ ਦੇਣਾ ਚਾਹੀਦਾ ਆ। ਤੇ ਜਦੋਂ ਮੈਂ ਆਡੀਸ਼ਨਸ ਲਈ ਗਈ ਤੇ ਮੈਨੂੰ ਸਰ ਨੇ ਪਹਿਲਾਂ ਹੀ ਇਹ ਗੱਲ ਕਹਿਤੀ ਕਿ ਤੇਰੀ ਹਾਈਟ ਛੋਟੀ ਹੈ, ਤੂੰ ਸਟੇਜ ਤੋਂ ਦਿਖੇਂਗੀ ਨਹੀਂ ਔਰ ਤੇਰੇ ਨਾਲ ਸਾਡੀ ਟੀਮ ਨਹੀਂ ਬਣਨੀ। ਐਂਡ ਉਹ ਇੱਕ ਗੱਲ ਨੇ ਮੈਨੂੰ ਇੰਨਾ ਕੁ ਜ਼ਿਆਦਾ ਨੈਗੇਟਿਵ ਕਰਤਾ, ਮੈਨੂੰ ਤੋੜ ਕੇ ਰੱਖਤਾ ਕਿ ਉਸ ਤੋਂ ਬਾਅਦ ਦੁਬਾਰਾ ਮੈਂ ਕਦੀ ਵੀ ਸਕੂਲ 'ਚ ਕਿਸੇ ਚੀਜ਼ ਲਈ ਜਾਂ ਕੋ ਕਰਿਕੂਲਰ ਐਕਟੀਵਿਟੀਜ਼ ਲਈ ਟਰਾਈ ਨਹੀਂ ਕੀਤਾ। ਐਂਡ ਮੈਂ ਬਿਲਕੁਲ ਹੀ ਉਮੀਦ ਛੱਡਤੀ ਸੀ ਕਿ ਮੈਂ ਕੁਝ ਨਹੀਂ ਕਰ ਸਕਦੀ। ਤੇ ਉਹ ਵੀ ਇੱਕ ਇੱਦਾਂ ਦਾ ਹਾਦਸਾ ਆ ਜੋ ਮੈਂ ਕਦੇ ਨਹੀਂ ਭੁੱਲ ਪਾਉਂਦੀ ਕਿ ਮੈਨੂੰ ਮੌਕਾ ਹੀ ਨਹੀਂ ਦਿੱਤਾ, ਸਿਰਫ ਮੈਨੂੰ ਹਾਈਟ ਤੋਂ ਜੱਜ ਕਰਕੇ ਹੀ ਕੱਢਤਾ, ਆਡੀਸ਼ਨਸ ਤੱਕ ਨਹੀਂ ਲਏ ਕਿ ਇੱਕ ਵਾਰ ਦੇਖਦੇ ਤਾਂ ਸਹੀ ਮੇਰਾ ਟੈਲੈਂਟ ਜਾਂ ਇੱਕ ਵਾਰ ਮੇਰੀ ਪਰਫਾਰਮੈਂਸ। ਤੇ ਉਹ ਸਾਰੇ ਸ਼ੌਂਕ ਹੁਣ ਪਰ ਮੈਂ ਕਾਲਜ ਲਾਈਫ ਦੇ ਵਿੱਚ ਪੂਰੇ ਕੀਤੇ ਆ। ਤੇ ਕਾਲਜ ਦੇ ਵਿੱਚ ਤਾਂ ਹੁਣ ਮੇਰੇ ਨਾਲ ਇੱਦਾਂ ਵੀ ਹੋਇਆ 2-3 ਫੰਕਸ਼ਨਸ ਤੇ ਕਿ ਮੈਨੂੰ ਇੱਕ ਰਾਤ ਪਹਿਲਾਂ ਕਾਲ ਆਉਂਦੀ ਹੁੰਦੀ ਸੀ ਮੈਮ ਦੀ ਕਿ ਤੂੰ ਰੌਣਕ ਆ ਸਾਡੇ ਕਾਲਜ ਦੀ, ਤੂੰ ਕੱਲ ਸਵੇਰੇ ਪਰਫਾਰਮ ਕਰਨਾ ਆ ਤੇ ਸਾਨੂੰ ਤੇਰੀ ਪਰਫਾਰਮੈਂਸ ਚਾਹੀਦੀ ਆ। ਤੇ ਮੈਂ ਕਹਿੰਦੀ ਹੁੰਦੀ ਸੀ ਮੈਮ ਇੱਕ ਰਾਤ ਪਹਿਲਾਂ ਮੈਂ ਕੀ ਪਰਫਾਰਮ ਕਰਨਾ, ਕੋਈ ਗੱਲ ਨਹੀਂ, ਤੈਨੂੰ ਕਿਹੜਾ ਆਉਂਦਾ ਨਹੀਂ ਕੁਝ, ਤੂੰ ਬਸ ਪਰਫਾਰਮ ਕਰਨਾ। ਐਂਡ ਮੇਰੀ ਉਹ ਪਰਫਾਰਮੈਂਸਿਸ ਇੱਦਾਂ ਦੀਆਂ ਰਹੀਆਂ ਆ ਕਿ ਮਿਊਜ਼ਿਕ ਤੋਂ ਵੱਧ ਸ਼ੋਰ ਮੇਰੇ ਜੂਨੀਅਰਸ ਐਂਡ ਸੀਨੀਅਰਸ ਦਾ ਹੁੰਦਾ ਸੀ। ਕੀ ਬਾਤ ਹੈ, ਮਤਲਬ ਇਹ ਕੁੜੀ ਮਲਟੀ ਟੈਲੈਂਟਡ ਹੈ, ਤੁਸੀਂ ਕਹਿ ਸਕਦੇ ਹੋ। ਜੀ, ਸਕੂਲ ਲਾਈਫ ਬਾਰੇ ਜਾਣਿਆ, ਕਾਲਜ ਲਾਈਫ ਬਾਰੇ ਜਾਣਿਆ, ਇਸ ਟਾਈਮ ਜੋ ਤੁਹਾਡੀ ਪ੍ਰੋਫੈਸ਼ਨਲ ਲਾਈਫ ਚੱਲ ਰਹੀ ਹੈ, ਤੁਹਾਡੀ
ਵਕਾਲਤ ਚੱਲ ਰਹੀ ਹੈ, ਹੁਣ ਵਾਰੀ ਹੈ ਉਹਦੇ ਬਾਰੇ ਜਾਣਨ ਦੀ। ਤੁਸੀਂ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਵਿੱਚ ਕਿਹੜੇ ਕੇਸਿਸ ਡੀਲ ਕਰਦੇ ਹੋ, ਜਾਂ ਤੁਹਾਡੀ ਪ੍ਰੋਫੈਸ਼ਨਲ ਲਾਈਫ ਇਸ ਟਾਈਮ ਕਿਹੋ ਜਿਹੀ ਚੱਲ ਰਹੀ ਹੈ, ਉਹਨੂੰ ਥੋੜਾ ਜਿਹਾ ਦੱਸੋ। ਵੈਸੇ ਹੁਣ ਤੱਕ ਤਾਂ ਹਰ ਤਰ੍ਹਾਂ ਦੇ ਕੇਸਿਸ ਹੀ ਡੀਲ ਕਰ ਰਹੀ ਹਾਂ ਮੈਂ ਜੀ। ਤੇ ਬਟ ਮੇਰਾ ਜ਼ਿਆਦਾ ਇੰਟਰਸਟ ਮੈਂ ਕੁੜੀਆਂ ਲਈ ਜਾਂ ਬੱਚਿਆਂ ਲਈ ਕੁਝ ਕਰਨਾ ਚਾਹੁੰਦੀ ਹਾਂ। ਕ੍ਰਿਮੀਨਲ ਕੇਸਿਸ ਵੀ, ਡਿਵੋਰਸ ਕੇਸਿਸ ਵੀ, ਜਿਹੜੀਆਂ ਕੁੜੀਆਂ ਆਪਣੇ ਲਈ ਨਹੀਂ ਲੜ ਸਕਦੀਆਂ ਜਾਂ ਆਪਣਾ ਸਟੈਂਡ ਨਹੀਂ ਲੈਣਾ ਚਾਹੁੰਦੀਆਂ ਜਾਂ ਲੈ ਨਹੀਂ ਪਾ ਰਹੀਆਂ, ਮੈਂ ਉਹਨਾਂ ਦੀ ਆਵਾਜ਼ ਬਣਨਾ ਚਾਹੁੰਦੀ ਹਾਂ। ਕੀ ਬਾਤ ਹੈ, ਬਹੁਤ ਅੱਛੀ ਗੱਲ ਕਹੀ ਹੈ। ਕਾਲਜ ਲਾਈਫ ਤੁਸੀਂ ਕਿਹਾ ਬਹੁਤ ਵਧੀਆ ਸੀ, ਹੈ ਨਾ। ਸਕੂਲ ਲਾਈਫ ਦਾ ਤਾਂ ਇੱਕ ਇਨਸੀਡੈਂਟ ਦੱਸਿਆ, ਹਾਂਜੀ। ਤੇ ਕਾਲਜ ਲਾਈਫ ਦਾ ਵੀ ਕੋਈ ਦੋਸਤਾਂ ਨਾਲ, ਮਿੱਤਰਾਂ ਨਾਲ, ਜਾਂ ਫਿਰ ਕੋਈ ਅਧਿਆਪਕਾਂ ਨਾਲ ਕੋਈ ਇਨਸੀਡੈਂਟ ਇਹੋ ਜਿਹਾ ਜੁੜਿਆ ਜਿਹੜਾ ਸਾਡੇ ਨਾਲ ਸਾਂਝਾ ਕਰਨਾ ਚਾਹੋਗੇ, ਜਿਹੜਾ ਕੋਈ ਸੇਧ ਦੇਣ ਵਾਲਾ ਹੋਵੇ? ਨਹੀਂ, ਉਹ ਸਾਰਾ ਕੁਝ ਹੀ ਡੇਲੀ ਹੀ ਕੁਝ ਨਾ ਕੁਝ ਵਧੀਆ ਪੋਜ਼ਿਟਿਵ, ਮੇਰੀ ਲਾਈਫ 5 ਸਾਲ ਬਹੁਤ ਵਧੀਆ ਰਹੇ ਆ। ਤੇ ਜੀ, ਤੁਸੀਂ ਜਿੱਦਾਂ ਗੱਲ ਕੀਤੀ ਉਹ ਭੰਗੜੇ ਵਾਲੀ ਗੱਲ ਤੁਸੀਂ ਕੀਤੀ, ਹਾਂਜੀ। ਤੁਹਾਡੇ ਟੀਚਰਸ, ਹੁਣ ਤੁਹਾਨੂੰ ਕਦੇ ਉਹ ਟੀਚਰਸ ਮਿਲੇ, ਤੁਹਾਡੇ ਸਕੂਲ ਵਾਲੇ ਟੀਚਰਸ, ਜਾਂ ਹੁਣ ਤੁਹਾਨੂੰ ਉਹਨਾਂ ਤੇ ਉਹ, ਜਾਂ ਉਹ ਘਰ ਬੈਠੇ ਅੱਜ ਤੁਹਾਨੂੰ ਦੇਖਦੇ ਵੀ ਹੋਣਗੇ ਕਿ ਤੁਹਾਡੀਆਂ ਗੱਲਾਂ ਸੁਣਦੇ ਹੋਣਗੇ ਔਰ ਤੁਹਾਡੇ ਤੇ ਮਾਣ ਮਹਿਸੂਸ ਕਰਦੇ ਹੋਣਗੇ, ਕਦੇ ਇਹੋ ਜਿਹੇ ਪੁਰਾਣੇ ਤੁਹਾਨੂੰ ਟੀਚਰਸ ਜਾਂ ਦੋਸਤ? ਮੈਨੂੰ ਕੋਈ ਨਹੀਂ ਮਿਲਿਆ। ਸੋਸ਼ਲ ਮੀਡੀਆ ਦੇ ਉੱਤੇ ਨਾ ਤੁਹਾਡੀਆਂ ਬਹੁਤ ਸਾਰੀਆਂ ਵੀਡੀਓਜ਼ ਹੈਗੀਆਂ ਨੇ, ਜੋਸ਼ ਟਾਕਸ ਵਗੈਰਾ ਜਾਂ ਇਹੋ ਜਿਹੇ ਟਾਕਸ ਤੁਸੀਂ ਦਿੰਦੇ ਹੋ। ਹਾਂਜੀ। ਕੀ ਤੁਸੀਂ ਪਰਸਨਲੀ ਵੀ ਕੋਈ ਇਹੋ ਜਿਹੀਆਂ ਪ੍ਰੇਰਨਾ ਸਰੂਪ ਗੱਲਾਂ ਲੋਕਾਂ ਨਾਲ ਕਰਦੇ ਹੋ? ਮੈਂ ਹਾਂਜੀ, ਜਾਂ ਆਪਣੇ ਪ੍ਰੋਫੈਸ਼ਨ ਦੇ ਥਰੂ ਹੀ ਕਰਦੇ ਹੋ ਸਿਰਫ? ਮੈਂ ਜਿੱਦਾਂ ਆਪਣੀਆਂ ਵੀਡੀਓਜ਼ ਵਗੈਰਾ ਅਪਲੋਡ ਕਰਦੀ ਹਾਂ ਆਪਣੀ ਯੂਨੀਫਾਰਮ ਦੇ ਵਿੱਚ, ਜਾਂ ਆਪਣੇ ਮਤਲਬ ਮੇਰੇ ਇੰਟਰਵਿਊਜ਼ ਜਾਂ ਕੁਝ, ਤੇ ਉਹ ਸੋਸ਼ਲ ਮੀਡੀਆ ਤੇ ਉਹਦੇ ਨਾਲ ਵੀ ਕਾਫੀ ਲੋਕ ਜੁੜੇ ਆ ਮੇਰੇ ਨਾਲ। ਤੁਸੀਂ ਬਹੁਤ ਸਾਰੇ ਸੰਦੇਸ਼ ਵੀ ਲੋਕਾਂ ਨੂੰ ਦਿੰਦੇ ਹੋ। ਹਾਂਜੀ, ਬਿਲਕੁਲ। ਉਹ ਮੈਸੇਜ ਜਿਹੜਾ ਨਾ, ਉਹ ਦਰਸ਼ਕ ਵੇਟ ਕਰ ਰਹੇ ਨੇ, ਤੁਸੀਂ ਇੱਕ ਸੰਦੇਸ਼ ਜਿਹੜਾ ਆ ਉਹਨਾਂ ਨੂੰ ਜ਼ਰੂਰ ਜਾਂਦੇ ਜਾਂਦੇ ਦੇ ਕੇ ਜਾਣਾ। ਬਿਲਕੁਲ, ਮੈਂ ਉਹਨਾਂ ਨੂੰ ਇਹੀ ਕਹੂੰਗੀ ਕਿ ਆਪਣੀ ਕਮੀ ਤੋਂ ਡਰੋ ਨਾ, ਆਪਣੇ ਡਰ ਨੂੰ ਅਪਣਾ ਕੇ ਉਹਨੂੰ ਫੇਸ ਕਰੋ ਤੇ ਆਪਣੇ ਹੱਕਾਂ ਲਈ ਲੜੋ। ਜੇ ਕੋਈ ਤੁਹਾਡੇ ਤੇ ਹੱਸਦਾ ਆ ਨਾ, ਉਹ ਚੀਜ਼ਾਂ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ। ਤੁਸੀਂ ਬਹੁਤ ਵੱਡੇ ਹੋ ਤੇ ਪਰਫੈਕਟ ਹੋ, ਤੇ ਜਿਹੜੇ ਲੋਕ ਤੁਹਾਡੇ ਤੇ ਉਂਗਲਾਂ ਉਠਾਉਂਦੇ, ਪਹਿਲਾਂ ਉਹਨਾਂ ਨੂੰ ਪੁੱਛੋ ਕਿ ਉਹ ਖੁਦ ਕਿੰਨੇ ਕੁ ਪਰਫੈਕਟ ਨੇ। ਤੇ ਮੈਂ ਲੋਕਾਂ ਨੂੰ ਇਹ ਮੈਸੇਜ ਇਹ ਕਹਿਣਾ ਚਾਹੁੰਦੀ ਹਾਂ ਕਿ ਤੁਹਾਡਾ 2 ਮਿੰਟ ਦਾ ਹਾਸਾ ਕਿਸੇ ਦੀ ਲਾਈਫ ਖਰਾਬ ਕਰ ਸਕਦਾ ਜਾਂ ਕਿਸੇ ਨੂੰ ਡਿਪਰੈਸ਼ਨ 'ਚ ਭੇਜ ਸਕਦਾ ਆ। ਤੇ ਆਪਣੇ ਕਦੇ ਵੀ ਕਿਸੇ ਫਰੈਂਡ ਦਾ ਜਾਂ ਕਿਸੇ ਦਾ ਵੀ ਮਜ਼ਾਕ ਨਾ ਉਡਾਓ, ਕਿਉਂਕਿ ਤੁਸੀਂ 4 ਬੰਦਿਆਂ 'ਚ ਖੜੇ ਹੋ ਕੇ ਉਹਨੂੰ ਕੁਝ ਕਹਿ ਦੋਗੇ, ਉਹਨੇ ਉਸ ਟਾਈਮ ਤਾਂ ਉਹ ਗੱਲ ਨੂੰ ਇਗਨੋਰ ਕਰ ਦੇਣਾ, ਬਟ ਕੀ ਪਤਾ ਸਾਰੀ ਰਾਤ ਉਹ ਰੋਂਦਾ ਹੋਵੇ। ਸੋ ਕਦੇ ਵੀ ਕਿਸੇ ਦਾ ਮਜ਼ਾਕ ਨਾ ਉਡਾਓ ਤੇ ਆਪਣੀ ਲਾਈਫ ਨਾਲ ਮਤਲਬ ਰੱਖੋ। ਤੇ ਜਿਹੜੇ ਆਪਣੀਆਂ ਕਮੀਆਂ ਤੋਂ ਡਰ ਕੇ ਬੈਠੇ ਨੇ, ਉਹਨਾਂ ਨੂੰ ਮੈਂ ਇਹ ਕਹੂੰਗੀ ਕਿ ਜ਼ਿੰਦਗੀ ਬਹੁਤ ਛੋਟੀ ਆ ਤੇ ਤੁਹਾਡੇ ਕੋਲ ਬਹੁਤ ਘੱਟ ਟਾਈਮ ਆ ਆਪਣੇ ਆਪ ਨੂੰ ਪ੍ਰੂਫ ਕਰਨ ਦਾ। ਉੱਠੋ, ਆਪਣੇ ਆਪ ਨੂੰ ਸ਼ੀਸ਼ੇ 'ਚ ਦੇਖੋ, ਆਪਣੇ ਆਪ ਨੂੰ ਦੇਖੋ ਕਿ ਤੁਸੀਂ ਲਾਈਫ 'ਚ ਕੀ ਕਰਨ ਆਏ ਹੋ ਤੇ ਕਰਨਾ ਕੀ ਚਾਹੁੰਦੇ ਹੋ, ਤੇ ਆਪਣੇ ਪੇਰੈਂਟਸ ਨੂੰ ਮਾਣ ਮਹਿਸੂਸ ਕਰਾਓ। ਬਿਲਕੁਲ, ਸਾਨੂੰ ਵੀ ਤੁਸੀਂ ਅੱਜ ਮਾਣ ਮਹਿਸੂਸ ਕਰਾਇਆ ਹੈ ਸਾਡੇ ਪ੍ਰੋਗਰਾਮ ਦੇ ਵਿੱਚ ਆ ਕੇ। ਤੁਸੀਂ ਜਿਹੜੀਆਂ ਰੌਣਕਾਂ ਲਾਈਆਂ ਹੈ, ਤੇ ਅਸੀਂ ਜਲਦੀ ਦੇਖਾਂਗੇ ਕਿ ਤੁਸੀਂ ਹੁਣ ਜੱਜ ਬਣ ਕੇ ਇਸ ਕੁਰਸੀ ਤੇ ਆਓ ਤੇ ਅਸੀਂ ਫਿਰ ਤੋਂ ਤੁਹਾਡੀ ਇੰਟਰਵਿਊ ਲਈਏ। ਤੇ ਸਾਡੇ ਸਟੂਡੀਓ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ।